Hello student, welcome again to my YouTube channel Chimaji Gyan Hut. Today we are present with a new topic, normal probability curve and its characteristics. We are going to do series of videos on this topic. This is the first one, so kindly subscribe, like and share the channel to get the update about the coming videos. ਅੱਜ ਦਾ ਜੋ ਕੰਸੈਪਟ ਜਿਸ ਨੂੰ ਅਸੀਂ ਨਾਰਮਲ ਪ੍ਰੋਬੇਬਿਲਿਟੀ ਆਖਦੇ ਹਾਂ, ਇਹ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਇੱਕ ਕੰਸੈਪਟ ਹੈ ਅਤੇ ਇਸ ਦੀ ਵਰਤੋਂ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਹੀ ਜਿਹੜਾ ਹੈ ਜ਼ਿਆਦਾ ਕਰਦੇ ਹਾਂ। ਜਿਵੇਂ ਕਿ ਇੱਕ ਕਿਸਾਨ ਜੋ ਕਿ ਭਾਵੇਂ ਪੜ੍ਹਿਆ ਲਿਖਿਆ ਹੈ ਜਾਂ ਅਨਪੜ੍ਹ ਹੈ, ਉਹ ਰੋਜ਼ਾਨਾ ਹੀ ਜਦੋਂ ਸੁਬਾਹ ਉੱਠਦਾ ਹੈ ਤਾਂ ਉਹ ਆਪਣੇ ਜਿਹੜੇ ਹੈਗੇ ਆ ਨਿਰਣੇ ਉਹ ਇਸ ਚੀਜ਼ 'ਤੇ ਆਧਾਰਿਤ ਕਰਦਾ ਹੈ ਕਿ ਅੱਜ ਬਾਰਿਸ਼ ਹੋਏਗੀ, ਅੱਜ ਦਿਨ ਕਿਵੇਂ ਦਾ ਰਹੇਗਾ, ਅੱਜ ਹਵਾਵਾਂ ਤਾਂ ਨਹੀਂ ਚੱਲਣ ਵਾਲੀਆਂ। ਇਹਨਾਂ ਸਾਰੀਆਂ ਚੀਜ਼ਾਂ ਦੀਆਂ ਸੰਭਾਵਨਾਵਾਂ ਦੇ ਆਧਾਰ 'ਤੇ ਉਹ ਨਿਰਣਾ ਲੈਂਦਾ ਹੈ ਕਿ ਉਹ ਅੱਜ ਆਪਣੀ ਫਸਲ ਨੂੰ ਪਾਣੀ ਦੇਵੇਗਾ, ਅੱਜ ਉਹ ਫਸਲ ਦੀ ਕਟਾਈ ਸ਼ੁਰੂ ਕਰੇਗਾ ਜਾਂ ਅੱਜ ਉਹ ਫਸਲ ਦੀ ਬਿਜਾਈ ਸ਼ੁਰੂ ਕਰੇਗਾ ਜਾਂ ਨਾ। ਇਸ ਤਰ੍ਹਾਂ ਹੀ ਹਰ ਵਿਦਿਆਰਥੀ ਜਿਹੜਾ ਹੈ ਉਹ ਕਿਸੇ ਵੀ ਵਿਸ਼ੇ ਵਿੱਚ ਜਿਹੜੇ ਹੈ ਆਪਣੀ ਜਿਹੜੀ ਪਰਫੋਰਮੈਂਸ ਦੀਆਂ ਸੰਭਾਵਨਾ ਦੇ ਆਧਾਰ ਦੇ ਉੱਪਰ ਹੀ ਆਪਣਾ ਜਿਹੜਾ ਟਾਈਮ ਟੇਬਲ ਤਿਆਰ ਕਰਦਾ ਹੈ ਕਿ ਉਹ ਕਿੰਨਾ ਸਮਾਂ ਕਿਸੇ ਪਰਟੀਕੂਲਰ ਵਿਸ਼ੇ ਦੀ ਤਿਆਰੀ ਵਿੱਚ ਲਗਾਏਗਾ ਤਾਂ ਕਿ ਉਹ ਆਪਣੀ ਜਿਹੜੀ ਹੈ ਅਚੀਵਮੈਂਟ ਜਿਹੜੀ ਹੈ ਉਸ ਨੂੰ ਇੰਪਰੂਵ ਕਰ ਸਕੇ। ਚਲੋ ਅੱਜ ਅਸੀਂ ਇਸ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਫਰੈਂਡਸ, ਜੇਕਰ ਪ੍ਰੋਬੇਬਿਲਿਟੀ ਦੇ ਹਿਸਟੋਰੀਕਲ ਬੈਕਗਰਾਊਂਡ ਨੂੰ ਸਮਝਣਾ ਹੋਵੇ ਤਾਂ ਇਹ ਇੱਕ ਮੈਥੇਮੈਟਿਕਸ ਦਾ ਕੰਸੈਪਟ ਹੈ, ਜਿਸ ਵਿੱਚ ਜਿਹੜਾ ਹੈ ਸਭ ਤੋਂ ਪਹਿਲੀ ਖੋਜ 1733 ਦੇ ਵਿੱਚ ਇੱਕ ਫਰੈਂਚ ਮੈਥੇਮੈਟੀਸ਼ੀਅਨ ਐਬਰਾਹਮ ਡੀ ਮੋਵੇਅਰਜ਼ ਨੇ ਕੀਤੀ, ਜਿਨ੍ਹਾਂ ਨੇ ਇੱਕ ਆਪਣੀ ਬੁੱਕ ਦ ਡਾਕਟਰਾਈਨ ਆਫ ਚਾਂਸਿਸ ਦੇ ਵਿੱਚ ਜਿਹੜਾ ਹੈ ਨਾਰਮਲ ਡਿਸਟਰੀਬਿਊਸ਼ਨ ਦੀ ਜਿਹੜੀ ਹੈ ਵਿਆਖਿਆ ਕੀਤੀ। ਐਬਰਾਹਮ ਡੀ ਮੋਵੇਅਰੀ ਦਾ ਜਿਹੜਾ ਸਿਧਾਂਤ ਸੀਗਾ, ਇਹ ਪਹਿਲਾ ਅਜਿਹਾ ਮੈਥਡ ਸੀ ਜਿਹੜਾ ਕਿ ਕਿਸੇ ਦਿੱਤੇ ਹੋਏ ਪਾਪੂਲੇਸ਼ਨ ਸਾਈਜ਼ ਦੇ ਵਿੱਚ ਜਿਹੜਾ ਹੈ ਅਕਰੈਂਸ ਆਫ ਐਰਰ ਦੀ ਜਿਹੜੀ ਸੰਭਾਵਨਾ ਸੀਗੀ ਉਸ ਦਾ ਪਤਾ ਲਗਾਉਣ ਦਾ ਜਿਹੜਾ ਇੱਕ ਮੈਥਡ ਜਾਂ ਢੰਗ ਦੱਸਦਾ ਹੈ। ਇਸ ਨੂੰ ਜਦੋਂ ਅਸੀਂ ਜਿਹੜਾ ਹੈ ਵੇਰੀਏਬਲ ਦੇ ਰੂਪ ਵਿੱਚ ਲਿਖਦੇ ਹਾਂ ਅਤੇ ਜੇਕਰ ਅਸੀਂ ਇਸ ਨੂੰ ਇੱਕ ਯੂਨਿਟ ਮੰਨਦੇ ਹਾਂ ਤਾਂ ਜਿਹੜੀ ਡਿਸਟਰੀਬਿਊਸ਼ਨ ਬਣ ਕੇ ਆਉਂਦੀ ਹੈ ਉਸ ਨੂੰ ਉਹਨਾਂ ਨੇ ਨਾਰਮਲ ਡਿਸਟਰੀਬਿਊਸ਼ਨ ਜਾਂ ਜਿਹੜਾ ਹੈ ਸਧਾਰਨ ਸੰਭਾਵਨਾ ਵਕਰ ਆਖਿਆ। ਔਰ ਇਸ ਦੀ ਜਿਹੜਾ ਇਹ ਪਹਿਲੀ ਵਾਰ ਜਿਹੜਾ ਹੈ ਪ੍ਰੋਬਲ ਐਰਰ ਜਿਹੜੀ ਆਈਡੈਂਟੀਫਿਕੇਸ਼ਨ ਦੀ ਕੈਲਕੂਲੇਸ਼ਨ ਦਾ ਇੱਕ ਜਿਹੜਾ ਜ਼ਰੀਆ ਬਣਿਆ। ਔਰ ਇਸ ਸਿਧਾਂਤ ਨੂੰ ਉਹਨਾਂ ਨੇ ਗੈਂਬਲਿੰਗ ਪ੍ਰੋਬਲਮ ਔਰ ਐਕਚੁਅਲ ਟੇਬਲ, ਜਿਹਦੇ ਵਿੱਚ ਅਸੀਂ ਜਿਹੜਾ ਹੈ ਕਿਸੇ ਹਿਊਮਨ ਸਪੀਸੀਜ਼ ਦੇ ਜਿਹੜੇ ਬਰਥ ਔਰ ਡੈਥ ਦੇ ਜਿਹੜੀ ਐਕਚੁਅਲ ਜਿਹੜੀ ਹੈ ਪ੍ਰੋਬੇਬਿਲਿਟੀ ਉਸ ਨੂੰ ਜਿਹੜਾ ਹੈ ਕੈਲਕੂਲੇਟ ਕਰਨ ਦਾ ਟੇਬਲ ਤਿਆਰ ਕਰਦੇ ਹਾਂ, ਉਸ ਦੇ ਵਿੱਚ ਇਸ ਨੂੰ ਯੂਜ਼ ਕੀਤਾ ਗਿਆ। ਇਸ ਤੋਂ ਬਾਅਦ 1809 ਦੇ ਵਿੱਚ ਜਿਹੜਾ ਇੱਕ ਹੋਰ ਮੈਥਮੈਟੀਸ਼ੀਅਨ ਜਿਹਨਾਂ ਦਾ ਨਾਮ ਕਾਰਲ ਫਰੈਡਰਿਕ ਗੌਸ ਸੀਗਾ, ਉਹਨਾਂ ਨੇ ਇਸ ਨੂੰ ਦੁਬਾਰਾ ਤੋਂ ਜਿਹੜਾ ਹੈ ਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਹਨਾਂ ਨੇ ਆਪਣੇ ਫਿਜ਼ਿਕਸ ਔਰ ਐਸਟਰੋਨੋਮੀ, ਜਿਸ ਨੂੰ ਅਸੀਂ ਭੌਤਿਕ ਵਿਗਿਆਨੀ ਅਤੇ ਤਾਰਾ ਵਿਗਿਆਨ ਆਖਦੇ ਹਾਂ, ਉਹਨਾਂ ਵਿਸ਼ਿਆਂ ਦੇ ਸਟੂਡੈਂਟਸ ਦੇ ਵੱਲੋਂ ਕੀਤੀਆਂ ਜਾਣ ਵਾਲੀਆਂ ਗਲਤੀਆਂ ਜਾਂ ਜਿਹੜੇ ਐਰਰ ਹੈਗੇ ਆ ਉਹਨਾਂ ਦੇ ਉੱਪਰ ਆਪਣੀ ਖੋਜ ਕਰਦੇ ਹੋਏ ਇਸ ਦਾ ਜਿਹੜਾ ਹੈ ਵਿਕਾਸ ਕੀਤਾ ਜਾਂ ਇਸ ਨੂੰ ਜਿਹੜਾ ਹੈ ਡਿਵੈਲਪ ਕੀਤਾ। ਔਰ ਜਦੋਂ ਉਹਨਾਂ ਨੇ ਆਪਣੀ ਖੋਜ ਦੇ ਦੌਰਾਨ ਇਹ ਦੇਖਿਆ ਕਿ ਜਿਹੜੀਆਂ ਬਹੁਤ ਹੀ ਮਾਈਨਰ ਜਿਹੜੀਆਂ ਗਲਤੀਆਂ ਵਿਦਿਆਰਥੀਆਂ ਵੱਲੋਂ ਕੀਤੀਆਂ ਜਾਂਦੀਆਂ ਸਨ, ਉਹ ਬਹੁਤ ਹੀ ਘੱਟ ਵਿਦਿਆਰਥੀਆਂ ਵੱਲੋਂ ਕੀਤੀਆਂ ਜਾਂਦੀਆਂ ਸਨ। ਇਸੇ ਤਰ੍ਹਾਂ ਹੀ ਬਹੁਤ ਹੀ ਮੇਜਰ ਜਾਂ ਸੀਰੀਅਸ ਜਿਹੜੀਆਂ ਮਿਸਟੇਕ ਸੀਗੀਆਂ ਉਹ ਵੀ ਬਹੁਤ ਘੱਟ ਵਿਦਿਆਰਥੀਆਂ ਵੱਲੋਂ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਦੀ ਪਰਸੈਂਟੇਜ ਅਪਰੋਕਸੀਮੇਟਲੀ 2% ਜਾਂ ਉਸ ਦੇ ਨੇੜੇ ਤੇੜੇ ਸੀ। ਪਰ ਜਿਹੜੀਆਂ ਮੈਜੋਰਿਟੀ ਆਫ ਸਟੂਡੈਂਟ ਜਿਹੜੇ ਸੀਗੇ ਐਵਰੇਜ ਜਿਹੜੀਆਂ ਹੈਗੀਆਂ ਨੇ ਡਿਗਰੀ ਦੀਆਂ ਮਿਸਟੇਕਸ ਜਿਹੜੀਆਂ ਸੀਗੀਆਂ ਉਹ ਕਰਦੇ ਸੀ। ਉਹਨਾਂ ਨੇ ਆਪਣੀ ਜਿਹੜੀ ਖੋਜ ਹੈ ਉਸ ਨੂੰ ਇੱਕ ਵੱਡੀ ਪਾਪੂਲੇਸ਼ਨ ਜਿਹੜੀ ਕਿ ਲਗਭਗ 10,000 ਸਟੂਡੈਂਟ ਦੀ ਸੀ ਉਹਦੇ ਉੱਪਰ ਆਧਾਰਿਤ ਕੀਤਾ। ਅਤੇ ਜਦੋਂ ਉਹਨਾਂ ਨੇ ਆਪਣੇ ਇਸ ਡਾਟਾ ਨੂੰ ਗ੍ਰਾਫਿਕਲੀ ਪ੍ਰਜੈਂਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਕਰਵ ਬਣੀ ਉਹ ਇੱਕ ਬੈਲ ਸ਼ੇਪਡ ਕਰਵ ਸੀ, ਜਿਸ ਨੂੰ ਉਹਨਾਂ ਨੇ ਨਾਰਮਲ ਪ੍ਰੋਬੇਬਿਲਿਟੀ ਕਰਵ। ਜਦੋਂ ਗੌਸ ਦੀ ਇਸ ਖੋਜ ਦੀ ਵਰਤੋਂ ਜਿਹੜਾ ਹੈ ਸਾਈਕੋਲੋਜੀ ਦੇ ਖੇਤਰ ਵਿੱਚ ਜਾਂ ਜਿਹੜਾ ਹੈ ਸੋਸ਼ਲ ਸਾਇੰਸਿਸ ਦੇ ਖੇਤਰ ਵਿੱਚ ਕੀਤੀ ਗਈ ਤਾਂ ਅਸੀਂ ਮਨੁੱਖੀ ਸੁਭਾਅ ਦੇ ਬਹੁਤ ਸਾਰੇ ਪੱਖਾਂ ਦੀ ਜਿਹੜੀ ਹੈ ਅਧਿਐਨ ਕਰਨ ਦੇ ਲਈ ਇਸ ਪ੍ਰੋਬੇਬਿਲਿਟੀ ਕਰਵ ਦੀ ਵਰਤੋਂ ਕੀਤੀ।
ਤਾਂ ਇਸ ਨੂੰ ਅਸੀਂ ਮੁੱਖ ਰੂਪ ਵਿੱਚ ਜਿਹੜਾ ਹੈ ਹਿਊਮਨ ਇੰਟੈਲੀਜੈਂਸ ਦੀ ਮੈਜ਼ਰਮੈਂਟ ਦੇ ਨੂੰ ਜਿਹੜਾ ਹੈ ਜਾਣਨ ਦੇ ਲਈ ਵਰਤੋਂ ਕੀਤੀ। ਤਾਂ ਇਸੇ ਕਾਰਨ ਇਸ ਦਾ ਨਾਮ ਜਿਹੜਾ ਹੈ ਸਾਈਕੋਲੋਜੀ ਦੇ ਵਿੱਚ ਵੀ ਪਾਪੂਲਰਲੀ ਜਿਹੜਾ ਹੈ ਗੌਸੀਅਨ ਜਿਹੜਾ ਕਰਵ ਦੇ ਰੂਪ ਵਿੱਚ ਜਾਣਿਆ ਜਾਂਦਾ। ਜਦੋਂ ਅਸੀਂ ਹਿਊਮਨ ਇੰਟੈਲੀਜੈਂਸ ਦੀ ਕੀਤੀ ਗਈ ਖੋਜ ਨੂੰ ਜਿਹੜਾ ਹੈ ਗ੍ਰਾਫਿਕਲੀ ਪ੍ਰਜੈਂਟ ਕੀਤਾ ਤਾਂ ਜਿਹੜੀ ਹੈ ਇੱਕ ਸਿਮੀਲਰ ਜਿਹੜੀ ਬੈਲ ਸ਼ੇਪਡ ਕਰਵ ਜਿਹੜੀ ਹੈ ਬਣ ਕੇ ਉੱਭਰੀ। ਇਸੇ ਕਾਰਨ ਜਿਹੜਾ ਹੈ ਇਸ ਨੂੰ ਆਮ ਤੌਰ 'ਤੇ ਬੈਲ ਕਰਵ ਵੀ ਆਖਿਆ ਜਾਂਦਾ ਹੈ। ਔਰ ਇਸ ਖੋਜ ਦੇ ਵਿੱਚ ਵੀ ਇਹ ਪਾਇਆ ਗਿਆ ਕਿ ਜਿਹੜੇ ਹੈ ਟੋਟਲ ਪਾਪੂਲੇਸ਼ਨ ਦਾ 2% ਜਿਹੜਾ ਹੈ ਉਹ ਪੂਅਰ IQ ਨਾਲ ਜਿਹੜਾ ਹੈ ਸੰਬੰਧਿਤ ਹੈ, ਜਦੋਂ ਕਿ ਜਿਹੜਾ ਹਾਈਐਸਟ ਪੀਕ ਜਿਸ ਨੂੰ ਅਸੀਂ ਕਹਿੰਦੇ ਹਾਂ ਜਿਹੜੀ ਹਾਇਰ ਸੁਪੀਰੀਅਰ ਜਿਹੜਾ ਹੈ ਹਾਈਐਸਟ IQ ਲੈਵਲ ਜਿਸ ਨੂੰ ਅਸੀਂ ਰਿਚ IQ ਲੈਵਲ ਮੰਨਦੇ ਹਾਂ ਉਹ ਵੀ 2% ਪਾਪੂਲੇਸ਼ਨ ਵਿੱਚ ਪਾਇਆ ਜਾਂਦਾ ਹੈ, ਜਦੋਂ ਕਿ ਮੈਜੋਰਿਟੀ ਆਫ ਪਾਪੂਲੇਸ਼ਨ ਜਿਹੜੀ ਹੈ ਉਹ ਐਵਰੇਜ IQ ਲੈਵਲ ਦੇ ਨਾਲ ਜਿਹੜਾ ਹੈ ਸੰਬੰਧਿਤ ਸੀ। ਔਰ ਇਸ ਸਾਰੀ ਸਟੱਡੀ ਨੂੰ ਅਸੀਂ ਹੋਰ ਵੀ ਬਹੁਤ ਸਾਰੇ ਜਿਹੜੇ ਹੈ ਮਨੁੱਖੀ ਜਿਹੜਾ ਹੈ ਵਿਅਕਤੀਤਵ ਦੇ ਪੈਟਰਨਸ ਨੂੰ ਸਟੱਡੀ ਕਰਨ ਦੇ ਲਈ ਵਰਤ ਸਕਦੇ ਹਾਂ, ਜਿਨ੍ਹਾਂ ਵਿੱਚ ਜੇਕਰ ਅਸੀਂ ਬਹੁਤ ਵੱਡੀ ਪਾਪੂਲੇਸ਼ਨ ਦੀ ਹਾਈਟਸ ਜਿਹੜੀ ਹੈ ਉਸ ਨੂੰ ਕਿਸੇ ਤਰ੍ਹਾਂ ਨਾਲ ਸਟੱਡੀ ਕਰਨ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਇਹ ਪਾਵਾਂਗੇ ਕਿ ਬਹੁਤ ਜ਼ਿਆਦਾ ਹਾਈਟ ਜਿਹੜੀ ਅਬਨੋਰਮਲ ਹਾਈਟ ਜਿਵੇਂ ਜਿਹੜੀ ਹੈ 6.2 ਪਲੱਸ ਜਿਹੜੀ ਹੈ ਉਹ ਹਾਈਟ ਦੇ ਲੋਕ ਬਹੁਤ ਥੋੜ੍ਹੇ ਪਾਏ ਜਾਣਗੇ। ਇਸੇ ਤਰ੍ਹਾਂ ਬਹੁਤ ਛੋਟੀ ਹਾਈਟ ਵਾਲੇ ਲੋਕ ਵੀ ਜਿਹੜੇ ਹੈਗੇ ਬਹੁਤ ਘੱਟ ਪਾਏ ਜਾਣਗੇ। ਇਸੇ ਤਰ੍ਹਾਂ ਕ੍ਰੀਏਟੀਵਿਟੀ ਦੀ ਜੇਕਰ ਗੱਲ ਕਰੀਏ ਤਾਂ ਇਨਸਾਨਾਂ ਵਿੱਚ ਜਿਹੜੀ ਸਿਰਜਨਾਤਮਕ ਸ਼ਕਤੀ ਹੈ ਉਹ ਵੀ ਬਹੁਤ ਥੋੜ੍ਹੇ ਲੋਕਾਂ ਵਿੱਚ ਪਾਈ ਜਾਂਦੀ ਹੈ। ਇਸੇ ਕਾਰਨ ਇਨੋਵੇਟਰ ਜਿਹੜੇ ਹੈ ਇਨਵੈਂਟਰਸ ਔਰ ਜਿਹੜੇ ਸਾਇੰਟਿਸਟ ਹਨ ਜਿਹੜੇ ਖੋਜੀ ਹਨ ਉਹ ਬਹੁਤ ਘੱਟ ਹੋਇਆ ਕਰਦੇ ਨੇ। ਖੋਜ ਦੀ ਇਸ ਇਤਿਹਾਸ ਨੂੰ ਜਾਣਨ ਤੋਂ ਬਾਅਦ ਹੁਣ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਨੂੰ ਨਾਰਮਲ ਪ੍ਰੋਬੇਬਿਲਿਟੀ ਕਰਵ ਹੀ ਕਿਉਂ ਕਿਹਾ ਗਿਆ। ਜਿਵੇਂ ਕਿ ਅਸੀਂ ਸਧਾਰਨ ਤੌਰ 'ਤੇ ਜਾਣਦੇ ਹਾਂ ਕਿ ਜਿਹੜੀ ਕੋਈ ਵੀ ਜਿਹੜੀ ਪੋਲੀਗੋਨ ਬਣਾਈ ਜਾਂਦੀ ਹੈ ਉਹ ਕਿਉਂਕਿ ਇੱਕ ਬਹੁਤ ਥੋੜ੍ਹੇ ਡਾਟਾ ਉੱਪਰ ਆਧਾਰਿਤ ਹੁੰਦੀ ਹੈ ਅਤੇ ਉਹ ਜੇਕਰ ਤੁਸੀਂ ਇਸ ਸਲਾਈਡ ਵਿੱਚ ਦੇਖ ਰਹੇ ਹੋ ਤਾਂ ਜਦੋਂ ਅਸੀਂ ਬਾਰ ਗ੍ਰਾਫ ਤੋਂ ਪੋਲੀਗੋਨ ਜਾਂ ਔਜ਼ਾਈਵ ਕਰਵ ਜਿਹੜੀ ਹੈ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਦੀ ਜਿਹੜੀ ਸ਼ੇਪ ਹੈ ਉਹ ਇੱਕ ਕਿੰਕ ਟਾਈਪ ਕਰਵ ਦੀ ਬਣਦੀ ਹੈ, ਕਿਉਂਕਿ ਉਹਦੇ ਵਿੱਚ ਜਿਹੜੀ ਹੈ ਐਂਟਰੀਜ਼ ਜਾਂ ਜਿਹੜੀ ਹੈ ਸੈਂਪਲ ਦੇ ਵਿੱਚ ਜਿਹੜੇ ਨੰਬਰਸ ਨੇ ਉਹਨਾਂ ਦੇ ਵਿਚਲੀ ਦੂਰੀ ਬਹੁਤ ਜ਼ਿਆਦਾ ਹੋਣ ਕਾਰਨ ਜਿਹੜਾ ਹੈ ਉਸ ਦੇ ਵਿੱਚ ਦੀ ਜਿਹੜੀ ਵੇਰੀਏਸ਼ਨ ਹੈ ਉਹ ਨੋਰਮਲ ਨਾ ਹੋ ਕੇ ਕਿੰਕ ਹੋਇਆ ਕਰਦੀ ਹੈ। ਪਰ ਜਦੋਂ ਅਸੀਂ ਆਪਣੀ ਕਿਸੇ ਕਰਵ ਨੂੰ ਬਹੁਤ ਵੱਡੀ ਪਾਪੂਲੇਸ਼ਨ ਸੈਂਪਲ ਸਾਈਜ਼ ਦੇ ਉੱਪਰ ਜਿਹੜਾ ਹੈ ਆਧਾਰਿਤ ਕਰਦੇ ਹਾਂ ਤਾਂ ਐਂਟਰੀਆਂ ਬਹੁਤ ਡੈਂਸ ਹੋਣ ਦੇ ਕਾਰਨ ਜਿਹੜੀ ਉਹਦੇ ਵਿੱਚ ਜਿਹੜੀ ਹੈ ਕਿੰਕ ਉਹ ਖਤਮ ਹੋ ਜਾਂਦੀ ਹੈ ਅਤੇ ਉਹ ਇੱਕ ਰੈਗੂਲਰ ਨੋਰਮਲ ਕਰਵ ਦੇ ਤੌਰ ਦੀ ਸ਼ੇਪ ਲੈ ਲੈਂਦੀ ਹੈ ਅਤੇ ਇਸੇ ਕਾਰਨ ਇਸ ਨੂੰ ਨਾਰਮਲ ਕਰਵ ਜਾਂ ਨਾਰਮਲ ਪ੍ਰੋਬੇਬਿਲਿਟੀ ਕਰਵ ਆਖਿਆ ਗਿਆ। ਜੇਕਰ ਅਸੀਂ ਇਸ ਦੀਆਂ ਜਿਹੜੀਆਂ ਡੈਫੀਨੇਸ਼ਨਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਸ ਤੋਂ ਸਾਨੂੰ ਇਸ ਦੇ ਜਿਹੜੇ ਅਰਥ ਨੂੰ ਹੋਰ ਕਲੈਰਿਟੀ ਜਿਹੜੀ ਹੈ ਮਿਲੇਗੀ। ਜਿਵੇਂ ਕਿ JP ਗੁਲੀਫੋਰਡ ਜਿਹੜਾ ਹੈ ਉਹ ਇਹ ਕਹਿੰਦੇ ਹਨ ਕਿ ਨਾਰਮਲ ਪ੍ਰੋਬੇਬਿਲਿਟੀ ਕਰਵ ਇਜ਼ ਅ ਵੈਲ ਡਿਫਾਈਨਡ ਐਂਡ ਵੈਲ ਸਟਰਕਚਰਡ ਮੈਥਮੈਟੀਕਲ ਕਰਵ ਹੈਵਿੰਗ ਅ ਡਿਸਟਰੀਬਿਊਸ਼ਨ ਆਫ ਸਕੋਰਸ ਮੀਨਸ ਐਂਡ ਸਟੈਂਡਰਡ ਡੇਵੀਏਸ਼ਨ। ਜੇਕਰ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹਦੇ ਵਿੱਚ ਜਿਹੜੇ 3 ਕੀ ਪੁਆਇੰਟਸ ਜਿਹੜੇ ਕੀਵਰਡ ਜਿਹੜੇ ਯੂਜ਼ ਕੀਤੇ ਗਏ ਹਨ ਉਹਨਾਂ ਵਿੱਚ ਪਹਿਲਾ ਹੈ ਇਟ ਇਜ਼ ਅ ਡਿਸਟਰੀਬਿਊਸ਼ਨ ਆਫ ਸਕੋਰਸ, ਭਾਵ ਜਿਹੜੀ ਹੈ ਕਿਸੇ ਵੀ ਰਿਸਰਚ ਜਾਂ ਡਾਟਾ ਦੇ ਸਕੋਰਸ ਜਿਹੜੇ ਇਸ ਦੇ ਵਿੱਚ ਦਿਖਾਏ ਜਾਂਦੇ ਹਨ ਅਤੇ ਇਸ ਦੇ ਵਿੱਚ ਮੀਨਸ ਜਿਹੜਾ ਕਿ ਇਸ ਦਾ ਜਿਹੜਾ ਹੈ ਸੈਂਟਰਲ ਕਰਵ ਹੋਇਆ ਕਰਦਾ ਜਿਹੜਾ ਓਰੀਜਨ ਪੁਆਇੰਟ ਹੈ ਔਰ ਸਟੈਂਡਰਡ ਡੇਵੀਏਸ਼ਨ ਜਿਹੜੀ ਕਿ ਇਹਦੀ ਡੇਵੀਏਸ਼ਨ ਜਿਹੜੀ ਹੈ ਉਸ ਨੂੰ ਸ਼ੋ ਕਰਦੀ ਹੈ ਉਹ ਉਸ ਨਾਲ ਸੰਬੰਧਿਤ ਹੈ। ਔਰ YL 'ਚੋਂ ਜਿਹੜਾ ਹੈ ਉਹ ਇਸ ਨੂੰ ਇਸ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕਰਦੇ ਹਨ ਦਾ perfectly smooth and symmetrical curve resulting from the expansion of the binomial when n approaches to the infinity is known as a normal curve। ਤਾਂ ਉਹ ਕਹਿੰਦੇ ਹਨ ਕਿ ਕੋਈ ਬਿਨੋਮੀਅਲ ਜਿਹੜੀ ਹੈ ਇਕੁਏਸ਼ਨ ਲਓ ਜੇਕਰ ਉਸ ਦਾ ਜਿਹੜਾ n ਹੈ ਜਦੋਂ ਉਹ ਬਹੁਤ ਵੱਡਾ ਹੋ ਜਾਂਦਾ ਹੈ ਤਾਂ ਉਹ ਕਰਵ ਜਿਹੜੀ ਹੈ ਬਹੁਤ ਸਮੂਥ ਅਤੇ ਬੜੀ ਸਮਿਟਰਿਕ ਜਿਹੜੀ ਹੈ ਸ਼ੇਪ ਧਾਰਤ ਕਰਦੀ ਹੈ ਤਾਂ ਅਸੀਂ ਉਸ ਨੂੰ ਨਾਰਮਲ ਪ੍ਰੋਬੇਬਿਲਿਟੀ ਕਰਵ ਆਖਦੇ ਹਾਂ। ਜੇਕਰ ਅਸੀਂ ਇਸ ਨੂੰ ਕਨਕਲੂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਇੱਕ ਅਜਿਹਾ ਨਾਰਮਲ ਪ੍ਰੋਬੇਬਿਲਿਟੀ ਕਰਵ ਇੱਕ ਅਜਿਹਾ ਗ੍ਰਾਫ ਹੈ ਜਿਹੜਾ ਕਿ ਬਹੁਤ ਡੈਂਸਿਟੀ ਫੰਕਸ਼ਨਸ ਭਾਵ ਬਹੁਤ ਵੱਡੇ ਲਾਰਜ ਸੈਂਪਲ ਆਫ ਪਾਪੂਲੇਸ਼ਨ ਦੇ ਆਧਾਰਿਤ ਹੈ, ਜਿਹੜਾ ਕਿ ਕੰਟੀਨਿਊਅਸ ਹੈ, ਬੈਲ ਸ਼ੇਪਡ ਹੈ ਅਤੇ ਜਿਹੜਾ ਆਪਣੇ ਐਕਸਿਸ ਦੇ ਦੋਨੋਂ ਸਾਈਡ ਸਮਿਟਰਿਕ ਹੈ। ਇਸੇ ਕਾਰਨ ਇਸ ਨੂੰ ਨਾਰਮਲ ਪ੍ਰੋਬੇਬਿਲਿਟੀ ਕਰਵ ਆਖਿਆ ਜਾਂਦਾ ਹੈ ਜਾਂ ਇਸ ਨੂੰ ਅਸੀਂ ਬੈਲ ਸ਼ੇਪਡ ਕਰਵ ਵੀ ਆਖਦੇ ਹਾਂ।
ਫਰੈਂਡਸ, ਹੁਣ ਅਸੀਂ ਇਸ ਦੀਆਂ ਜਿਹੜੀਆਂ ਹੈ ਕਰੈਕਟਰਿਸਟਿਕਸ ਜਾਂ ਵਿਸ਼ੇਸ਼ਤਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਵਿਸ਼ੇਸ਼ਤਾ ਇਸ ਕਰਵ ਦੀ ਹੈ ਉਹ ਇਹ ਹੈ ਕਿ ਇਸ ਦੇ ਸਾਰੇ ਹੀ ਐਵਰੇਜ ਜਿਹੜੇ ਹਨ ਵੈਲਿਊਜ਼ ਉਹ ਇਕੁਅਲ ਹੁੰਦੀਆਂ ਨੇ ਅਤੇ ਉਹ 0 ਹੋਇਆ ਕਰਦੀਆਂ ਹਨ। ਭਾਵ ਇਹ ਜਿਹੜਾ ਮੀਨ ਹੈ ਉਹ ਇਸ ਦਾ ਓਰੀਜਨ ਪੁਆਇੰਟ ਹੈ। ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ, ਮੀਨ, ਮੀਡੀਅਨ ਔਰ ਮੋਡ ਜਿਹੜੀ ਵੈਲਿਊ ਦਿਖਾਈਆਂ ਗਈਆਂ ਹਨ ਉਹ ਸਾਰੀਆਂ ਇਕੁਅਲ। ਅਸੀਂ ਇਸ ਦੀ ਦੂਸਰੀ ਜਿਹੜੀ ਹੈ ਵਿਸ਼ੇਸ਼ਤਾ ਨੂੰ ਸਮਝਣਾ ਹੋਵੇ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਨਾਰਮਲ ਪ੍ਰੋਬੇਬਿਲਿਟੀ ਕਰਵ ਹੈ ਇਸ ਨੂੰ ਅਸੀਂ ਦੋ ਜਿਹੜੀਆਂ ਹੈ ਕੁਆਂਟੀਟੀਜ਼ ਦੇ ਵਿੱਚ ਜਿਹੜਾ ਹੈ ਦੱਸ ਸਕਦੇ ਹਾਂ। ਪਹਿਲੀ ਹੈ ਮੀਨ, ਜਿਹੜੀ ਕਿ ਇਸ ਦਾ ਸੈਂਟਰ ਪੁਆਇੰਟ ਹੈ ਅਤੇ ਜਿਹੜੀ ਹਮੇਸ਼ਾ 0 ਰਹੇਗੀ, ਔਰ ਮੀਨ ਦੇ ਉੱਪਰ ਜਿਹੜਾ ਹੈ ਆਰਡੀਨੇਟ, ਜਿਹਨੂੰ ਅਸੀਂ ਵਾਈ ਐਕਸਿਸ ਆਖਦੇ ਹਾਂ, ਉਹ ਸਭ ਤੋਂ ਜ਼ਿਆਦਾ ਜਿਹੜਾ ਹੈ ਪੀਕ ਗੇਨ ਕਰਦਾ ਹੈ ਅਤੇ ਉਹ ਸੈਂਟਰਲ ਜਿਹੜਾ ਹੈ ਵੈਲਿਊ ਹੋਇਆ ਕਰਦੀ ਹੈ। ਜਿਵੇਂ ਕਿ ਅਸੀਂ ਇੱਥੇ ਦੇਖ ਰਹੇ ਹਾਂ ਕਿ ਜਿਹੜਾ ਵਾਈ ਹੈ ਉਸ ਦੀ ਵੈਲਿਊ ਹਾਈਐਸਟ ਹੈ, ਜਿਸ ਨੂੰ ਅਸੀਂ 0.3989 ਨਾਲ ਦਿਖਾਇਆ ਹੈ। ਜੇਕਰ ਅਸੀਂ ਇਸ ਨੂੰ ਪੂਰੇ ਇੱਕ ਯੂਨਿਟ ਮੰਨ ਲਈਏ ਤਾਂ ਇਹ ਜਿਹੜੀ ਇਹ ਵੈਲਿਊ ਹੈ ਇਹ ਅਪਰੋਕਸੀਮੇਟ ਜਿਹੜੀ ਹੈ 0.4 ਬਣੇਗੀ। ਦੂਸਰੀ ਜਿਹੜੀ ਕੁਆਂਟਿਟੀ ਹੈ ਉਹ ਇਹ ਹੈ ਕਿ ਜਿਹੜਾ ਹੈ ਬੈਲ ਸ਼ੇਪਡ ਜਿਹੜੀ ਕਰਵ ਹੈ ਇਸ ਦੀ ਜਿਹੜੀ ਗ੍ਰਿਥ ਹੈ, ਜਿਸ ਨੂੰ ਅਸੀਂ ਆਖਦੇ ਹਾਂ, ਉਹ ਜਾਂ ਇਸ ਦੀ ਜਿਹੜੀ ਹੈ ਐਕਸਪੈਂਸ਼ਨ ਜਾਂ ਸਪਰੈਡ ਹੈ ਉਹ -3 ਸਿਗਮਾ ਤੋਂ ਜਿਹੜਾ ਹੈ +3 ਸਿਗਮਾ ਭਾਵ ਸਟੈਂਡਰਡ ਐਵੀਏਸ਼ਨ ਦੇ ਵਿੱਚ ਜਿਹੜਾ ਹੈ ਫੋਲ ਕਰਦਾ ਹੈ। ਔਰ ਜਿਹੜੀ ਹੈ ਇਸ ਦੇ ਵਿੱਚ ਜਿਹੜੀ ਇਸ ਦੀ ਡੈਵੀਏਸ਼ਨ ਫਰੋਮ ਮੀਨ ਹੈ, ਜਾਂ ਅਸੀਂ ਕਹੀਏ ਸੈਂਟਰ ਪੁਆਇੰਟ ਜਿਸ ਨੂੰ ਅਸੀਂ 0 ਮੰਨਦੇ ਹਾਂ, ਉਸ ਤੋਂ ਜਿਹੜੀ ਡੈਵੀਏਸ਼ਨ ਹੈ, ਦੂਰ ਜਾਣ ਦੀ ਜਿਹੜੀ ਯੂਨਿਟ ਹੈ, ਉਸ ਨੂੰ ਅਸੀਂ 1 ਸਿਗਮਾ ਜਾਂ ਸਟੈਂਡਰਡ ਡੈਵੀਏਸ਼ਨ ਜਿਹੜਾ ਹੈ ਲੈ ਕੇ ਚੱਲਦੇ। ਇਹ ਕਰਵ ਹੈ ਇਹ ਐਕਸ ਐਕਸਿਸ ਲਈ ਅਸਿੰਪਟੋਟਿਕ ਹੈ। ਅਸਿੰਪਟੋਟਿਕ ਹੋਣ ਦਾ ਭਾਵ ਹੈ ਕਿ ਇਹ ਐਕਸ ਐਕਸਿਸ ਦੇ ਹੋਰੀਜ਼ੈਂਟਲ ਬਣ ਜਾਂਦੀ ਹੈ। ਇਹ ਕਦੇ ਵੀ ਐਕਸ ਐਕਸਿਸ ਨੂੰ ਜਿਹੜਾ ਹੈ ਟੱਚ ਨਹੀਂ ਕਰਦੀ ਜਾਂ ਉਸ ਨੂੰ ਇੰਟਰਜੈਕਟ ਨਹੀਂ ਕਰਦੀ, ਸਗੋਂ ਇਹ ਉਸ ਦੇ ਨਾਲ ਨਾਲ ਜਿਹੜਾ ਹੈ -ਇਨਫਿਨਿਟ ਤੋਂ +ਇਨਫਿਨਿਟ ਤੱਕ ਜਿਹੜੀ ਹੈ ਇਹ ਚੱਲਦੀ ਰਹਿੰਦੀ ਹੈ ਅਤੇ ਇਹ ਕਦੇ ਵੀ ਉਸ ਨੂੰ ਜਿਹੜਾ ਹੈ ਟੱਚ ਨਹੀਂ ਕਰਦੀ। ਜਿਹੜੀ ਇਸ ਦੀ ਕਰੈਕਟਰਿਸਟਿਕਸ ਹੈ, ਜੇਕਰ ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ NPC ਕਰਵ ਇੱਕ ਆਈਡਲ ਸਿਮੈਟਰਿਕ ਫਰੀਕੁਐਂਸੀ ਕਰਵ ਹੈ, ਜੋ ਕਿ ਜਿਹੜੀ ਹੈ ਲਾਰਜ ਪਾਪੂਲੇਸ਼ਨ ਦੇ ਉੱਪਰ ਬੇਸਡ ਹੈ। ਸਭ ਤੋਂ ਪਹਿਲਾਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਿਮੈਟਰਿਕ ਜਿਹੜੀਆਂ ਸ਼ੇਪਸ ਨੇ ਉਹ ਕੀ ਹੁੰਦੀਆਂ ਨੇ। ਸਿਮੈਟਰਿਕ ਸ਼ੇਪ ਅਜਿਹੀਆਂ ਸ਼ੇਪਸ ਹੁੰਦੀਆਂ ਨੇ ਜੇਕਰ ਅਸੀਂ ਉਹਨਾਂ ਦੇ ਸੈਂਟਰ ਨੂੰ ਜਿਹੜਾ ਹੈ ਮਾਰਕ ਕਰੀਏ ਤਾਂ ਉਹਨਾਂ ਦੇ ਦੋਨੋਂ ਪਾਸੇ ਜਿਹੜੇ ਹੈਗੇ ਹੈ ਉਸ ਦੇ ਲੈਫਟ ਔਰ ਜਿਹੜੇ ਰਾਈਟ ਸਾਈਡ ਬਚਦੀ ਹੈ ਉਹ ਇੱਕ ਦੂਸਰੇ ਦੀ ਮਿਰਰ ਇਮੇਜ ਹੋਇਆ ਕਰਦੀ ਹੈ। ਜਿਵੇਂ ਕਿ ਤੁਸੀਂ ਇੱਥੇ ਇਹਨਾਂ ਸ਼ੇਪਸ ਦੇ ਵਿੱਚ ਦੇਖ ਰਹੇ ਹੋ ਕਿ ਅਸੀਂ ਇਹਨਾਂ ਦੇ ਵਿੱਚ ਇੱਕ ਸੈਂਟਰਲ ਜਿਹੜੀ ਹੈ ਵਰਟੀਕਲ ਵੈਲਿਊ ਜਿਹੜੀ ਲਾਈਨ ਜਿਹੜੀ ਹੈ ਡਰਾ ਕੀਤੀ ਹੈ ਅਤੇ ਉਹਨਾਂ ਦੇ ਦੋਨੋਂ ਪਾਸੇ ਜਿਹੜੀਆਂ ਮੰਨਣ ਵਾਲੀਆਂ ਸ਼ੇਪਸ ਨੇ ਉਹ ਇੱਕ ਦੂਸਰੇ ਨੂੰ ਰਿਜ਼ੈਂਬਲ ਕਰਦੀਆਂ ਨੇ ਜਾਂ ਉਸ ਦੀ ਮਿਰਰ ਇਮੇਜ ਨੇ। ਇਸੇ ਤਰ੍ਹਾਂ ਅਸੀਂ ਜਿਹੜਾ ਹੈ ਜਿਹੜੀਆਂ ਲੋਅਰ ਕਲਾਸਿਸ ਦੇ ਵਿੱਚ ਦੇਖਿਆ ਹੈ ਕਿ ਜਿਹੜੇ ਅਲਫਾਬੈਟਸ ਨੇ ਉਹਨਾਂ ਵਿੱਚ ਜਿਹੜੀ 3 ਤਰ੍ਹਾਂ ਦੀ ਸਮਿਟਰੀ ਜਿਹੜੀ ਹੈ ਉਹ ਪਾਈ ਜਾਂਦੀ ਹੈ। ਪਹਿਲੀ ਸਮਿਟਰੀ ਨੂੰ ਅਸੀਂ ਵਰਟੀਕਲ ਸਮਿਟਰੀ ਆਖਦੇ ਹਾਂ, ਜਿਵੇਂ ਕਿ ਤੁਸੀਂ ਇੱਥੇ ਜਿਹੜੇ ਹੈ ਅਲਫਾਬੈਟਸ ਨੂੰ ਦੇਖ ਰਹੇ ਹੋ, ਜਿਹਦੇ ਵਿੱਚ ANVWMU ਜਿਹੜੇ ਹੈ ਇਹ ਵਰਟੀਕਲ ਸਮਿਟਰੀ ਰੱਖਦੇ ਹਨ। ਭਾਵ ਜੇਕਰ ਇਹਨਾਂ ਨੂੰ ਹਾਫ ਦੇ ਵਿੱਚ ਵਰਟੀਕਲੀ ਜਿਹੜਾ ਹੈ ਡਿਵਾਈਡ ਕੀਤਾ ਜਾਵੇ ਤਾਂ ਇਹਨਾਂ ਦੇ ਲੈਫਟ ਐਂਡ ਰਾਈਟ ਜਿਹੜੇ ਪੋਰਸ਼ਨ ਨੇ ਉਹ ਇੱਕ ਦੂਸਰੇ ਦੇ ਜਿਹੜੇ ਹੈ ਮਿਰਰ ਇਮੇਜ ਹਨ। ਜਾਂ ਅਸੀਂ ਇਸ ਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਜੇਕਰ ਇਹਨਾਂ ਨੂੰ ਸੈਂਟਰ ਤੋਂ ਫੋਲਡ ਕੀਤਾ ਜਾਵੇ ਤਾਂ ਇੱਕ ਦੂਸਰੇ ਨੂੰ ਢੱਕ ਲੈਂਦੇ। ਇਸੇ ਤਰ੍ਹਾਂ ਨਾਲ ਸਾਡੇ ਕੋਲ ਕੁਛ ਅਲਫਾਬੈਟ ਇਸ ਤਰ੍ਹਾਂ ਦੇ ਵੀ ਬਣਦੇ ਹਨ ਜਿਹੜੇ ਕਿ ਹੋਰੀਜ਼ੈਂਟਲ ਜਿਹੜੀ ਸਮਿਟਰੀ ਜਿਹੜੀ ਹੈਗੀ ਹੈ ਉਹ ਉਸ ਨੂੰ ਦਰਸਾਉਂਦੇ ਹਨ। ਜਿਵੇਂ ਕਿ ਅਸੀਂ ਇੱਥੇ ਦੇਖ ਰਹੇ ਹਾਂ DBCE ਔਰ K, ਇਹ ਅਲਫਾਬੈਟ ਹਨ ਜਿਨ੍ਹਾਂ ਦੇ ਅਸੀਂ ਹੋਰੀਜ਼ੈਂਟਲ ਜਿਹੜੀ ਹੈ ਸਮਿਟਰੀ ਲਾਈਨ ਡਰਾ ਕਰਦੇ ਹਾਂ ਅਤੇ ਇਹਨਾਂ ਦੇ ਅਪਰ ਐਂਡ ਲੋਅਰ ਪਾਰਟ ਜਿਹੜਾ ਹੈ ਉਹ ਇੱਕ ਦੂਸਰੇ ਦੀ ਰਿਜ਼ੈਂਬਲੈਂਸ ਹੈ। ਅਤੇ ਜੇਕਰ ਅਸੀਂ ਇਸ ਨੂੰ ਸੈਂਟਰ ਤੋਂ ਅਪ ਤੋਂ ਲੋ ਨੂੰ ਜਿਹੜਾ ਫੋਲਡ ਕਰਦੇ ਹਾਂ ਤਾਂ ਇਹ ਇੱਕ ਦੂਸਰੇ ਨੂੰ ਕਵਰ ਕਰ ਲੈਂਦੇ ਹਨ। ਇਸ ਦੇ ਨਾਲ ਨਾਲ ਕੁਝ ਇਸ ਤਰ੍ਹਾਂ ਦੇ ਵੀ ਜਿਹੜੇ ਹੈਗੇ ਆ ਸਾਡੇ ਕੋਲ ਅਲਫਾਬੈਟਸ ਹਨ ਜਿਨ੍ਹਾਂ ਨੂੰ ਅਸੀਂ ਡਿਊਲ ਸਮਿਟਰਿਕ ਜਾਂ ਅਸੀਂ ਡਾਇਗਨਲ ਸਮਿਟਰਿਕ ਜਿਹੜਾ ਹੈ ਉਹ ਆਖਦੇ ਹਾਂ। ਭਾਵ ਇਹਨਾਂ ਵਿੱਚ ਜਿਹੜਾ ਹੋਰੀਜ਼ੈਂਟਲ ਔਰ ਜਿਹੜੀ ਹੈ ਵਰਟੀਕਲ ਦੋਨੋਂ ਤਰ੍ਹਾਂ ਦੀ ਸਮਿਟਰੀ ਜਿਹੜੀ ਹੈ ਉਹ ਪਾਈ ਜਾਂਦੀ ਹੈ, ਜਿਨ੍ਹਾਂ ਵਿੱਚ H, X, O ਅਤੇ I ਜਿਹੜਾ ਹੈ ਇਸ ਤਰ੍ਹਾਂ ਦੇ ਜਿਹੜੇ ਅਲਫਾਬੈਟਸ ਹਨ ਜਿਨ੍ਹਾਂ ਵਿੱਚ ਦੋਨੋਂ ਤਰ੍ਹਾਂ ਦੀ ਸਮਿਟਰੀ ਜਿਹੜੀ ਹੈ ਉਹ ਪਾਈ ਜਾਂਦੀ ਹੈ। ਪਰ ਕੁਝ ਅਜਿਹੇ ਜਿਹੜੇ ਸਾਡੇ ਕੋਲ ਅਲਫਾਬੈਟਸ ਵੀ ਹਨ ਜਿਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮਿਟਰੀ ਨਹੀਂ ਪਾਈ ਜਾਂਦੀ, ਭਾਵ ਉਹ 0 ਸਮਿਟਰਿਕ ਹਨ। ਪਰ ਜੇਕਰ ਅਸੀਂ ਹੁਣ ਇਸ ਨੂੰ ਬੈਲ ਆਪਣੀ ਜਿਹੜੀ ਹੈ ਸ਼ੇਪ ਕਰਵ ਨੂੰ ਦੇਖਦੇ ਹਾਂ
ਤਾਂ ਅਸੀਂ ਇਹ ਦੇਖ ਸਕਦੇ ਹਾਂ ਕਿ ਬੈਲ ਸ਼ੇਪ ਕਰਵ ਦੇ ਵਿੱਚ ਜਿਹੜਾ ਮੀਨ ਜਿਹੜਾ ਹੈ ਉਸਦਾ ਓਰੀਜਨ ਜਿਹੜਾ ਹੈ ਵੈਲਿਊ ਹੈ ਜਾਂ ਜਿਹੜਾ ਆਰਡੀਨੇਟ ਹੈ, ਜੇਕਰ ਅਸੀਂ ਉਸ ਤੋਂ ਇਸ ਨੂੰ ਫੋਲਡ ਕਰੀਏ ਤਾਂ ਇਸ ਦਾ ਲੈਫਟ 'ਤੇ ਜਿਹੜਾ ਰਾਈਟ ਪੋਰਸ਼ਨ ਹੈ ਉਹ ਇੱਕ ਮਿਰਰ ਇਮੇਜ ਬਣਾਉਂਦਾ ਹੈ ਅਤੇ ਉਹ ਇੱਕ ਦੂਸਰੇ ਨੂੰ ਕਵਰ ਵੀ ਕਰ ਲਵੇਗਾ। ਇੱਕ ਹੋਰ ਜਿਹੜੀ ਇਸ ਦੀ ਕਰੈਕਟਰਿਸਟਿਕਸ ਹੈ ਉਹ ਹੈ ਕਿ ਇਹ ਬਾਇਲੇਟਰਲ ਸਮਿਟਰੀ ਹੈ, ਭਾਵ ਇਹ ਇੱਕ ਦੂਸਰੇ ਦੀ ਮਿਰਰ ਇਮੇਜ ਹੈ। ਇਸ ਦੀ ਕਰੈਕਟਰਿਸਟਿਕਸ ਹੈ ਉਸ ਵਿੱਚ ਅਸੀਂ ਆਖਦੇ ਹਾਂ ਕਿ NPC ਕਰਵ ਇੱਕ ਯੂਨੀਮੋਡ ਹੈ। ਯੂਨੀਮੋਡ ਦਾ ਭਾਵ ਹੈ ਇਹਦੇ ਵਿੱਚ ਇੱਕ ਹੀ ਪੀਕ ਹਾਈਐਸਟ ਜਿਹੜਾ ਆਰਡੀਨੇਟ ਪੁਆਇੰਟ ਬਣਦਾ ਹੈ। ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਪਹਿਲੀ ਕਰਵ ਦੇ ਵਿੱਚ ਜਿਹੜਾ ਹੈ ਨਾਰਮਲ ਪ੍ਰੋਬੇਬਿਲਿਟੀ ਬੈਲ ਸ਼ੇਪ ਕਰਵ ਦੇ ਵਿੱਚ ਇੱਕ ਹੀ ਹਾਈਐਸਟ ਪੀਕ ਆਰਡੀਨੇਟ ਹੈ, ਜਦੋਂ ਕਿ ਦੂਸਰੀ ਜਿਹੜੀ ਹੈ ਉਸ ਦੇ ਵਿੱਚ ਦੋ ਹਨ, ਜਿਸ ਕਰਕੇ ਉਸ ਨੂੰ ਬਾਈ ਮਾਡਲ ਆਖਦੇ ਹਾਂ। ਅਤੇ ਜਿਹੜੀ ਹੈ ਅਗਲੀ ਕਰਵ ਹੈ ਉਸ ਵਿੱਚ ਮਲਟੀ ਮਾਡਲ ਜਾਂ ਜਿਹੜੇ ਹੈਗੇ ਆ ਪੁਆਇੰਟਸ ਸਾਨੂੰ ਵਿਜ਼ੀਬਲ ਹੁੰਦੇ ਹਨ। ਇਸ ਕਾਰਨ ਜਿਹੜੀ ਹੈ ਬੈਲ ਸ਼ੇਪ ਨਾਰਮਲ ਪ੍ਰੋਬੇਬਿਲਿਟੀ ਕਰਵ ਯੂਨੀ ਮਾਡਲ ਆਖੋ। ਉਹ ਜਿਹੜੀ ਹੈ ਉਸ ਦਾ ਇੱਕ ਹੋਰ ਜਿਹੜਾ ਹੈ ਫੀਚਰ ਉਹ ਇਹ ਹੋਇਆ ਕਰਦਾ ਹੈ ਕਿ ਉਸ ਦੇ ਲੈਫਟ ਅਤੇ ਜਿਹੜਾ ਹੈ ਰਾਈਟ ਸਾਈਡ ਦੇ ਉੱਪਰ, ਦੋਨੋਂ ਸਾਈਡ ਦੇ ਉੱਪਰ ਇਕੁਅਲ ਜਿਹੜੇ ਹੈ ਪਰਸੈਂਟੇਜ ਆਫ ਕੇਸਿਸ ਜਿਹੜੇ ਨੇ ਫੋਲ ਕਰਦੇ ਨੇ। ਜਿਵੇਂ ਕਿ ਅਸੀਂ ਇੱਥੇ ਦੇਖ ਰਹੇ ਹਾਂ ਕਿ ਮੀਨ ਜਿਹੜਾ ਕਿ ਆਰਡੀਨੇਟ ਵਾਈ ਹੈ ਉਸ ਦੇ ਬਿਲੋ ਜਿਹੜਾ ਮੀਨ 50% ਔਰ ਅਬਵ ਮੀਨ ਜਿਹੜਾ ਹੈ 50% ਜਿਹੜੇ ਕੇਸਿਸ ਨੇ ਉਹ ਫਾਲ ਕਰਦੇ ਹਨ। ਇੱਕ ਹੋਰ ਵਿਸ਼ੇਸ਼ਤਾ ਇਹ ਪਾਈ ਜਾਂਦੀ ਹੈ ਕਿ ਇਸ ਦੀ ਪਹਿਲੀ ਜਿਹੜੀ ਹੈ -1 ਸਿਗਮਾ ਅਤੇ 1 ਸਿਗਮਾ ਦੇ ਵਿਚਕਾਰ ਜਿਹੜੇ ਹੈਗੇ ਆ ਬਿਲੋ ਮੀਨ ਜਿਹੜੇ 34.13% ਔਰ ਅਬਵ ਜਿਹੜਾ ਹੈ 1+ ਸਿਗਮਾ ਦੇ ਜਿਹੜੇ ਹੈ 34.1.3% ਜਿਹੜੇ ਹੈਗੇ ਆ ਕੇਸਿਸ ਫੋਲ ਕਰਦੇ ਹਨ। ਅਤੇ ਜੇਕਰ ਅਸੀਂ ਇਹਨਾਂ ਨੂੰ ਟੋਟਲ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹਨਾਂ ਵਿੱਚ ਜਿਹੜੀ ਹੈ -1 ਸਿਗਮਾ ਤੋਂ 1 ਸਿਗਮਾ ਦੇ ਵਿਚਕਾਰ ਜਿਹੜੇ ਪਰਸੈਂਟੇਜ ਹੈ ਉਸ ਨੂੰ 68.2 ਜਿਹੜਾ ਹੈ 6 ਮੰਨਦੇ ਹਾਂ। ਜੇਕਰ ਅਸੀਂ ਇਸ ਨੂੰ 10,000 ਮੰਨ ਕੇ ਚੱਲੀਏ ਤਾਂ ਇਹ 6826 ਜਿਹੜੇ ਹੈਗੇ ਕੇਸਿਸ ਬਣਦੇ ਹਨ। ਪਰ ਅਸੀਂ ਇਸ ਦੀ ਸੈਕਿੰਡ ਜਿਹੜੀ ਹੈਗੀ ਹੈ ਫੀਚਰ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਯੈਲੋ ਏਰੀਆ ਹੈ ਇੱਕ ਨੋਰਮਲ ਜ਼ੋਨ ਹੈ ਜਾਂ ਐਵਰੇਜ ਜਿਹੜਾ ਹੈ ਫੀਚਰ ਆਫ ਪਾਪੂਲੇਸ਼ਨਸ ਹਨ, ਅਤੇ ਜਿਹੜੀ ਹੈ ਇਸ ਤੋਂ ਡਿਵੀਏਟ ਕਰਨ ਵਾਲੀ ਅਬਵ ਅਤੇ ਬਿਲੋ ਜਿਹੜੀ ਹੈ ਉਸ ਨੂੰ ਅਸੀਂ ਅਬਨੋਰਮਲ ਪਾਪੂਲੇਸ਼ਨ ਮੰਨਦੇ ਹਾਂ। 2 ਸਿਗਮਾ -2 ਸਿਗਮਾ ਟੂ +2 ਸਿਗਮਾ ਜਿਹੜਾ ਹੈ ਏਰੀਆ ਉਸ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਨਾਂ ਵਿੱਚ ਜਿਹੜਾ ਹੈ ਟੋਟਲ 95.44% ਜਿਹੜੀ ਹੈ ਕੇਸਿਸ ਜਿਹੜੇ ਨੇ ਉਹ ਫੋਲ ਕਰਦੇ ਨੇ, ਕਿਉਂਕਿ ਜਿਹੜਾ ਹੈ 1 ਸਿਗਮਾ ਟੂ 2 ਸਿਗਮਾ 13.59 ਔਰ +1 ਸਿਗਮਾ ਟੂ +2 ਸਿਗਮਾ ਜਿਹੜਾ ਹੈ 13.59 ਕੇਸਿਸ ਜਿਹੜੇ ਹੈਗੇ ਆ ਉਹ ਇਕੁਅਲ ਇਸ ਵਿੱਚ ਹੋਰ ਐਡ ਹੋ ਜਾਂਦੇ ਨੇ। ਜੇਕਰ ਅਸੀਂ ਇਸ ਦੇ 3 ਸਿਗਮਾ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ 3 ਸਿਗਮਾ ਤੱਕ ਟੋਟਲ ਜਿਹੜੀ ਹੈਗੀ ਹੈ ਕੇਸਿਸ ਨੇ ਉਹਨਾਂ ਦੀ 99.72% ਜਿਹੜੀ ਹੈ ਫੋਲ ਕਰਦੇ ਨੇ ਜਾਂ ਉਹ ਏਰੀਆ ਇਸ ਵਿੱਚ ਕਵਰ ਹੁੰਦਾ ਹੈ। ਅਤੇ ਅਸੀਂ ਜੇਕਰ ਅਸੀਂ ਇਸ ਨੂੰ 10,000 ਮੰਨਦੇ ਹਾਂ ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ 9,972 ਕੇਸਿਸ ਜਿਹੜੇ ਹੈਗੇ ਆ ਇਹ -3 ਟੂ +3 ਸਿਗਮਾ ਤੱਕ ਜਿਹੜੇ ਹੈਗੇ ਆ ਉਹ ਕਵਰ ਹੁੰਦੇ ਨੇ। ਕਿਉਂਕਿ ਜਿਹੜਾ ਹੈ ਇਸ ਵਿੱਚ -2 ਟੂ -3 ਸਿਗਮਾ ਜਿਹੜਾ ਹੈ 2.14% ਔਰ +2 ਟੂ ਸਿਗਮਾ ਟੂ +3 ਸਿਗਮਾ ਜਿਹੜਾ ਹੈ 2.14 ਜਿਹੜੇ ਹੈਗੇ ਪਰਸੈਂਟ ਹੋਰ ਕੇਸਿਸ ਜਿਹੜੇ ਇਸ ਵਿੱਚ ਐਡ ਹੋ ਜਾਂਦੇ ਹਨ। ਅਤੇ ਜੇਕਰ ਅਸੀਂ ਜਿਹੜਾ ਹੈ 3 ਸਿਗਮਾ -3 ਸਿਗਮਾ ਟੂ +3 ਸਿਗਮਾ ਤੋਂ ਬਿਯੋਂਡ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਕੋਲ ਲੈਫਟ ਸਾਈਡ 'ਤੇ 0.14% ਔਰ ਰਾਈਟ ਸਾਈਡ 'ਤੇ 0.14% ਜਿਹੜੇ ਹੈਗੇ ਆ ਹੋਰ ਕੇਸਿਸ ਫੋਲ ਕਰਦੇ ਨੇ, ਅਤੇ ਟੋਟਲ ਜਿਹੜਾ ਏਰੀਆ ਹੈ ਉਹ 28 ਕੇਸਿਸ ਜਿਹੜੇ ਹੈਗੇ ਆ ਜਿਹੜੇ ਬਿਯੋਂਡ ਦਾ 3 ਸਿਗਮਾ ਜਿਹੜਾ ਹੈ ਉਹ ਫੋਲ ਕਰਦੇ ਹਨ। ਆਮ ਤੌਰ 'ਤੇ ਜਿਹੜਾ ਹੈ ਨਾਰਮਲ ਪ੍ਰੋਬੇਬਿਲਿਟੀ ਕੈਲਕੂਲੇਸ਼ਨ ਜਿਹੜੀਆਂ ਨੇ ਉਹਨਾਂ ਦੀ ਸੌਖ ਦੇ ਲਈ ਇਹ ਵੀ ਕੀਤਾ ਜਾਂਦਾ ਹੈ ਕਿ ਅਸੀਂ ਜਿਹੜੇ ਹੈ ਫਰੈਕਸ਼ਨਲ ਵੈਲਿਊ ਜਿਹੜੀਆਂ ਨੇ ਉਹਨਾਂ ਨੂੰ ਖ਼ਤਮ ਕਰ ਦਿੰਦੇ ਹਾਂ, ਅਤੇ ਅਸੀਂ ਜਿਹੜਾ -2 ਸਿਗਮਾ ਟੂ +2 ਸਿਗਮਾ ਨੂੰ 95.44% ਨਾ ਮੰਨਦੇ ਹੋਏ ਸਗੋਂ ਅਸੀਂ ਇਸ ਨੂੰ ਜਿਹੜਾ ਹੈ 95% ਰਾਊਂਡ ਆਫ ਫਿਗਰ ਜਿਹੜੀ ਹੈ ਉਹ ਲੈਂਦੇ ਹਾਂ। ਜਦੋਂ ਅਸੀਂ ਇਸ ਨੂੰ ਰਾਊਂਡ ਆਫ ਫਿਗਰ ਲੈਂਦੇ ਹਾਂ ਤਾਂ ਅਸੀਂ 2 ਸਿਗਮਾ ਦੀ ਥਾਂ 'ਤੇ -1.96 ਸਿਗਮਾ ਟੂ 1.96 ਸਿਗਮਾ ਜਿਹੜਾ ਹੈ ਪਲੱਸ ਵੈਲਿਊ ਜਿਹੜੀਆਂ ਨੇ ਉਹਨਾਂ ਦੇ ਉੱਪਰ ਜਿਹੜੀ ਨਾਰਮਲ ਪ੍ਰੋਬੇਬਿਲਿਟੀ ਕਰਵ ਹੈ ਉਸ ਨੂੰ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਸਿਮੀਲਰ ਜਿਹੜਾ ਹੈ 99.72% ਜਿਹੜੀ ਹੈ ਫਰੈਕਸ਼ਨਲ ਵੈਲਿਊ ਉਸ ਨੂੰ ਜਿਹੜਾ ਹੈ ਰਾਊਂਡ ਅਬਾਊਟ ਕਰਦਿਆਂ ਹੋਇਆਂ ਅਸੀਂ ਇਸ ਨੂੰ 99% ਕੰਸੀਡਰ ਕਰਦੇ ਹਾਂ। ਅਤੇ ਜਦੋਂ ਅਸੀਂ 99% ਕੰਸੀਡਰ ਕਰਦੇ ਹਾਂ ਤਾਂ ਅਸੀਂ ਸਿਗਮਾ ਦੀ ਵੈਲਿਊ
3 ਨਾਲ ਲੈ ਕੇ ਉਸ ਨੂੰ -2.58 ਸਿਗਮਾ ਟੂ +2.58 ਸਿਗਮਾ ਜਿਹੜਾ ਹੈ ਉਹ ਜ਼ੂਮ ਕਰਕੇ ਚੱਲਦੇ ਹਾਂ। ਔਰ ਇਹ ਵੈਲਿਊ ਸਾਨੂੰ ਯਾਦ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਇਹਨਾਂ ਦੀ ਵਰਤੋਂ ਅਸੀਂ ਜਿਹੜੇ ਹੈ ਨੂਮੈਰੀਕਲ ਜਿਹੜੇ ਹੈਗੇ ਆ ਸਮ ਉਹਨਾਂ ਵਿੱਚ ਦੀ ਸੋਲਿਊਸ਼ਨ ਦੇ ਟਾਈਮ ਦੇ ਉੱਪਰ ਕਰਨੀ ਹੈ। ਇਸ ਵਿੱਚ ਜਿਹੜੀ ਕਰੈਕਟਰਿਸਟਿਕਸ ਪਾਈ ਜਾਂਦੀ ਹੈ ਉਸ ਨੂੰ ਅਸੀਂ ਆਖਦੇ ਹਾਂ ਪੁਆਇੰਟ ਆਫ ਇਨਫਲੈਕਸ਼ਨ। ਪੁਆਇੰਟ ਆਫ ਇਨਫਲੈਕਸ਼ਨ ਤੋਂ ਭਾਵ ਜਿਹੜਾ ਹੈ ਉਹ ਫਿਕਸ ਪੁਆਇੰਟਸ ਹਨ ਜਿਨ੍ਹਾਂ ਨੂੰ ਅਸੀਂ -1 ਸਿਗਮਾ ਟੂ +1 ਸਿਗਮਾ ਮੰਨਦੇ ਹਾਂ, ਜਿੱਥੇ NPC ਆਪਣਾ ਕਰਵੇਚਰ ਚੇਂਜ ਕਰਦੀ ਹੈ। ਕਰਵੇਚਰ ਭਾਵ ਜਿੱਥੇ NPC ਆਪਣਾ ਜਿਹੜਾ ਹੈ ਕਰਵ ਦਾ ਟੇਢਾਪਣ ਜਿਹੜਾ ਹੈ ਉਸ ਨੂੰ ਬਦਲਦੀ ਹੈ। ਜਦੋਂ ਅਸੀਂ ਇਹ ਜਿਹੜਾ ਹੈ ਦੇਖਦੇ ਹਾਂ ਕਿ ਇਹ ਜਿਹੜੀ ਕਰਵ ਹੈ, ਜਦੋਂ ਅਸੀਂ ਇਸ ਨੂੰ ਲੈਫਟ ਸਾਈਡ ਤੋਂ ਦੇਖਣਾ ਸ਼ੁਰੂ ਕਰਦੇ ਹਾਂ ਤਾਂ ਇਹ ਕਰਵ ਜਿਹੜੀ ਹੈ ਇਨਵਰਡ ਲੀਨਡ ਕਰਵ ਹੈ, ਭਾਵ ਇਹ ਜਿਹੜੀ ਹੈ ਕਨਕੇਵ ਲੈਂਜ ਜਿਹੜਾ ਕਿ ਤੁਸੀਂ ਨੀਚੇ ਦੇਖ ਰਹੇ ਹੋ ਕਨਕੇਵ ਲੈਂਜ ਵਾਂਗ ਅੰਦਰ ਨੂੰ ਝੁਕੀ ਹੋਈ ਹੈ, ਜਿਸ ਨੂੰ ਅਸੀਂ ਜਿਹੜਾ ਹੈ ਅਪਵਰਡ ਬਲੂ ਐਰੋਜ਼ ਦੇ ਨਾਲ ਸ਼ੋ ਕੀਤਾ ਹੈ। ਜਦੋਂ ਹੀ ਇਹ 1 ਸਿਗਮਾ 'ਤੇ ਪਹੁੰਚਦੀ ਹੈ ਤਾਂ ਇਹ ਕਰਵ ਜਿਹੜੀ ਹੈ ਕਨਵੈਕਸ ਲੈਂਜ ਵਾਂਗ ਉੱਪਰ ਨੂੰ ਉੱਭਰਨਾ ਸ਼ੁਰੂ ਕਰਦੀ ਹੈ, ਜਿਹੜੀ ਕਿ ਕਰਵ ਦੇ ਜਿਹੜਾ ਹੈ ਮੀਨ ਦੇ ਕੁਝ ਨੇੜੇ ਹੋ ਜਾਂਦੀ ਹੈ। ਇਸੇ ਕਾਰਨ ਅਸੀਂ ਇਸ ਨੂੰ ਜਿਹੜਾ ਹੈ ਅਪਵਰਡ ਰੇਜ਼ਡ ਕਰਵ ਜਾਂ ਜਿਹੜਾ ਹੈ ਕਨਵੈਕਸ ਲੈਂਜ ਕਰਵ ਕਿਹਾ ਹੈ, ਜਿਸ ਨੂੰ ਅਸੀਂ ਕਿ ਡਾਊਨਵਰਡ ਰੈੱਡ ਐਰੋਜ਼ ਦੇ ਨਾਲ ਦਿਖਾਇਆ ਹੈ। ਇਹ ਬਲੂ ਐਰੋ ਤੱਕ ਕਰਵ ਜਿਹੜੀ ਹੈ ਉਹ ਮੀਨ ਤੋਂ ਥੋੜ੍ਹਾ ਉੱਪਰ ਵੱਲ ਨੂੰ ਦੂਰੀ 'ਤੇ ਹੈ। ਜਦੋਂ ਹੀ ਉਹ ਰੈੱਡ ਐਰੋ ਕੋਲ ਜਾਂਦੀ ਹੈ ਤਾਂ ਉਹ ਜਿਹੜਾ ਹੈ ਮੀਨ ਐਕਸਿਸ ਦੇ ਜਿਹੜਾ ਹੈ ਨੇੜੇ ਹੋ ਜਾਂਦੀ ਹੈ। ਤਾਂ ਇਹ ਜਿਹੜੇ ਜਿੱਥੋਂ ਇਹ ਕਰਵੇਚਰ ਜਿਹੜਾ ਹੈ ਬਲੂ ਤੋਂ ਰੈੱਡ ਵਾਲਾ ਕਰਵੇਚਰ ਚੇਂਜ ਆਉਂਦਾ ਹੈ, ਇਹ ਉਹ 2 ਪੁਆਇੰਟ ਜਿਹੜਾ ਕਿ -1 ਸਿਗਮਾ ਅਤੇ +1 ਸਿਗਮਾ ਜਿਹੜੇ ਹੈਗੇ ਸ਼ੋ ਕੀਤੇ ਗਏ ਹਨ, ਇਹ 2 ਕਰਵੇਚਰ ਪੁਆਇੰਟਸ ਨੂੰ ਅਸੀਂ ਇਨਫਲੈਕਸ਼ਨ ਪੁਆਇੰਟ ਆਖਦੇ ਹਾਂ। ਜਦੋਂ ਅਸੀਂ ਇਹਨਾਂ ਪੁਆਇੰਟਸ ਦੇ ਅੰਡਰ ਜਿਹੜਾ ਕਿ ਏਰੀਆ ਦੇਖਦੇ ਹਾਂ ਤਾਂ ਉਹ 34.13% ਬਿਲੋ ਦ ਮੀਨ ਔਰ 34.13% ਅਬਵ ਦ ਮੀਨ। ਜਦੋਂ ਅਸੀਂ ਇਹਨੂੰ ਟੋਟਲ ਕਰਦੇ ਹਾਂ ਤਾਂ ਉਹ 68.26% ਜਿਹੜਾ ਹੈ ਟੋਟਲ ਏਰੀਆ ਮੰਨਿਆ ਜਾਂਦਾ ਹੈ, ਜੋ ਕਿ ਫਿਕਸ ਹੈ, ਜਿਸ ਵਿੱਚ ਕੋਈ ਚੇਂਜ ਪੋਸੀਬਲ ਨਹੀਂ ਹੈ। ਜਿਹੜੀ ਅਗਲੀ ਕਰੈਕਟਰਿਸਟਿਕਸ ਇਸ ਵਿੱਚ ਜਾਣੀ ਜਾਂਦੀ ਹੈ ਉਹ ਇਹ ਹੈ ਕਿ ਜਿਹੜਾ NPC ਕਰਵ ਹੈ ਇਸ ਦੀ ਜਿਹੜੀ ਡੈਵੀਏਸ਼ਨ ਫਰੋਮ ਮੀਨ, ਭਾਵ ਜਿਹੜਾ ਹੈ ਆਰਡੀਨੇਟ ਐਕਸਿਸ ਤੋਂ ਦੂਰ ਜਾਣ ਦਾ ਜਿਹੜਾ ਡੈਵੀਏਸ਼ਨ ਦੀ ਜਿਹੜੀ ਯੂਨਿਟ ਹੈ ਉਹ 1 ਸਿਗਮਾ ਹੈ। ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਕਿ ਹਰ ਇੱਕ ਜਿਹੜਾ ਹੈ ਡਿਸਟੈਂਸ ਉਹ 1 ਸਿਗਮਾ +1 ਸਿਗਮਾ +2 ਸਿਗਮਾ +3 ਸਿਗਮਾ ਇਹਨਾਂ ਵਿੱਚ ਵੇਰੀਏਸ਼ਨ ਜਿਹੜੀ ਹੈ 1 ਸਿਗਮਾ ਦਿਖਾਈ ਗਈ ਹੈ। ਇਸੇ ਤਰ੍ਹਾਂ ਲੈਫਟ ਸਾਈਡ 'ਤੇ -1 ਸਿਗਮਾ -2 ਸਿਗਮਾ -3 ਸਿਗਮਾ ਜਿਹੜੀ ਵੇਰੀਏਸ਼ਨ ਹੈ ਉਹ ਵੀ ਜਿਹੜੀ ਹੈ 1 ਦੀ ਦਿਖਾਈ ਗਈ ਹੈ, ਭਾਵ ਹਰ ਜਿਹੜਾ ਯੂਨਿਟ ਹੈ ਉਹ 1 ਸਿਗਮਾ ਮੰਨਿਆ ਜਾਏ। ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਇਹਦੇ 'ਚ ਕੁਆਰਟਾਈਲ ਜਿਹੜਾ ਹੈ ਨੋਰਮਲ ਪ੍ਰੋਬੇਬਿਲਿਟੀ ਕਰਵ ਦਾ, ਉਹ ਕੁਆਰਟਾਈਲ ਵੀ ਜਿਹੜਾ ਹੈ ਮੀਨ ਤੋਂ ਇਕੁਅਲੀ ਡੇਵੀਏਟ ਕਰਦਾ ਹੈ। ਜਿਵੇਂ ਕਿ ਅਸੀਂ ਇੱਥੇ ਦੇਖ ਰਹੇ ਹਾਂ ਕਿ ਜੇਕਰ ਅਸੀਂ ਪਰਸੈਂਟੇਜ ਦੇ ਅਕੋਰਡਿੰਗ ਏਰੀਆ ਜਿਹੜਾ ਹੈ ਉਸ ਨੂੰ ਕਿਮੂਲੇਟ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ -3 ਸਿਗਮਾ ਦੇ ਉੱਪਰ 0.14% ਜਿਹੜਾ ਹੈ ਏਰੀਆ ਫੋਲ ਕਰਦਾ ਹੈ। ਔਰ ਜਦੋਂ ਹੀ ਅਸੀਂ 2 ਸਿਗਮਾ ਤੱਕ ਪਹੁੰਚਦੇ ਹਾਂ, -3 ਤੋਂ ਸਿਗਮਾ ਤੋਂ -2 ਸਿਗਮਾ ਦਾ 2.14 ਇਸ ਵਿੱਚ ਹੋਰ ਐਡ ਹੋ ਕੇ ਟੋਟਲ ਜਿਹੜੀ ਵੈਲਿਊ ਹੈ ਉਹ 2.28% ਬਣ ਜਾਂਦੀ ਹੈ। ਜਦੋਂ ਹੀ ਅਸੀਂ -1 ਸਿਗਮਾ 'ਤੇ ਪਹੁੰਚਦੇ ਹਾਂ ਤਾਂ ਇਹਦੇ ਵਿੱਚ ਜਿਹੜੀ ਹੈ -2 ਸਿਗਮਾ ਤੋਂ -1 ਸਿਗਮਾ ਵਿਚਲਾ ਜਿਹੜਾ ਹੈ 13.59 ਦੀ ਹੋਰ ਵੈਲਿਊ ਐਡ ਹੋਣ ਨਾਲ ਇਹ ਜਿਹੜੀ ਵੈਲਿਊ ਹੈ ਉਹ 15.87 ਹੋ ਜਾਂਦੀ ਹੈ। ਅਤੇ ਜਦੋਂ ਹੀ ਅਸੀਂ ਜਿਹੜਾ ਹੈ 0 ਵੈਲਿਊ 'ਤੇ ਪਹੁੰਚਦੇ ਹਾਂ ਤਾਂ ਇਹ 50% ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀਆਂ ਅਪਰ ਸਾਈਡ ਦੀਆਂ ਵੈਲਿਊਜ਼ ਨੇ ਉਹ ਰਿਪੀਟਡਲੀ ਇਸ ਵਿੱਚ ਐਡ ਹੋ ਕੇ ਟੋਟਲ ਵੈਲਿਊ ਜਿਹੜੀ ਹੈ 100% ਤੱਕ ਪਹੁੰਚਦੀ ਹੈ। ਹੁਣ ਜੇਕਰ ਅਸੀਂ ਦੇਖੀਏ ਤਾਂ ਸਾਨੂੰ ਇਹ ਪਤਾ ਹੈ ਕਿ ਜਿਹੜਾ ਕੁਆਰਟਾਈਲ 2 ਹੈ ਜਿਸ ਨੂੰ ਅਸੀਂ ਮੀਡੀਅਨ ਆਖਦੇ ਹਾਂ, ਪਰ ਜਿਹੜਾ ਨੋਰਮਲ ਪ੍ਰੋਬੇਬਿਲਿਟੀ ਕਰਵ ਹੈ ਇਹਦੀ ਮੀਨ ਮੀਡੀਅਨ ਜਿਹੜੇ ਹੈ ਉਹ ਬਰਾਬਰ ਹੁੰਦੇ ਹਨ। ਇਸੇ ਕਾਰਨ ਜਿਹੜਾ ਹੈ ਕੁਆਰਟਾਈਲ 2 ਜਿਹੜਾ ਹੈ ਉਹ ਵੀ ਜਿਹੜਾ ਹੈ ਮੀਨ ਮੀਡੀਅਨ ਦੇ ਇਕੁਅਲ ਹੁੰਦਾ ਹੈ। ਅਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਉਹ 50% ਦੀ ਵੈਲਿਊ ਹੁੰਦੀ ਹੈ ਤਾਂ ਜਿਹੜਾ ਕੁਆਰਟਾਈਲ 1 ਹੈ ਉਹ ਆਮ ਤੌਰ 'ਤੇ ਵੈਲਿਊ ਦਾ ਕੁਆਟਰ ਸ਼ੇਅਰ ਜਿਹੜਾ ਹੈ ਉਸ ਨੂੰ ਸ਼ੋ ਕਰਦਾ ਹੈ, ਭਾਵ ਉਹ 25% ਹੋਇਆ ਕਰਦਾ ਹੈ। ਹੁਣ ਜੇਕਰ ਅਸੀਂ ਇੱਥੇ ਵੈਲਿਊਜ਼ ਨੂੰ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜਾ -1 ਸਿਗਮਾ ਹੈ ਉੱਥੇ ਤੱਕ ਜਿਹੜਾ ਏਰੀਆ
ਕਰਵ ਦੇ ਅੰਡਰ ਆਉਂਦਾ ਹੈ ਉਹ 15.87% ਹੈ, ਭਾਵ ਜਿਹੜਾ 25% ਹੈ ਉਹ ਉਸ ਤੋਂ ਰਾਈਟ ਸਾਈਡ 'ਤੇ ਹੋਏਗਾ। ਤਾਂ ਅਸੀਂ ਇੱਕ ਹੋਰ ਲਾਈਨ ਲਗਾਈ ਜਿਸ ਨੂੰ ਅਸੀਂ ਜਿਹੜਾ ਹੈ ਅਜ਼ਿਊਮ ਕੀਤਾ ਕਿ ਇਹ ਜਿਹੜਾ ਹੈ Q1 ਕੁਆਰਟਲ 1 ਜਿਹੜੀ ਹੈ ਉਸ ਦੀ ਵੈਲਿਊ ਸ਼ੋ ਕਰਦਾ ਹੈ, ਜਿਹੜੀ ਕਿ 20 ਉਸ ਤੋਂ ਬਿਲੋ ਜਿਹੜਾ ਹੈ ਲੈਫਟ ਸਾਈਡ 'ਤੇ ਏਰੀਆ ਹੈ ਉਹ 25% ਹੋਏਗਾ, ਔਰ ਜਿਹੜਾ ਹੈ ਕੁਆਰਟਲ 2 ਹੈ ਉਹ 50% ਹੈ। ਸਿਮੀਲਰ ਅਸੀਂ ਕੁਆਰਟਲ 3 ਦੀ ਵੈਲਿਊ ਜਿਹੜੀ ਹੈ ਉਹ ਲਗਾਉਂਦੇ ਹਾਂ, ਜਿਹੜੀ ਕਿ +1 ਸਿਗਮਾ ਤੋਂ ਥੋੜ੍ਹਾ ਪਹਿਲਾਂ ਜਿਹੜੀ ਹੈ ਅਮਰਜ ਹੁੰਦੀ ਹੈ, ਅਤੇ ਉਹਦੇ ਵਿੱਚ ਵੀ 25% ਏਰੀਆ ਕਵਰ ਕਰਦਾ ਹੈ। ਜਦੋਂ 50 'ਚ ਐਡ ਹੁੰਦਾ ਤਾਂ ਉਹ 75% ਭਾਵ ਕੁਆਰਟਲ 3 ਦੀ ਵੈਲਿਊ ਸ਼ੋ ਕਰਦਾ ਹੈ। ਤਾਂ ਜਿਹੜਾ ਪਰ ਜਦੋਂ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਿਹੜਾ ਕੁਆਰਟਲ 1 ਹੈ ਉਹ ਮੀਨ ਵੈਲਿਊ ਤੋਂ 25% ਬਿਲੋ, ਅਤੇ ਕੁਆਰਟਲ 3 ਜਿਹੜਾ ਹੈ ਉਹ ਮੀਨ ਵੈਲਿਊ ਤੋਂ 25% ਅਬਵ, ਭਾਵ ਕੁਆਰਟਲ 1 25, ਕੁਆਰਟਲ 2 50% ਔਰ ਕੁਆਰਟਲ ਜਿਹੜਾ 3 ਹੈ ਉਹ 75% ਦੀ ਜਿਹੜੀ ਹੈ ਇਕੁਅਲ ਡਿਸਟੈਂਸ ਦੇ ਉੱਪਰ ਅਮਰਜ ਹੁੰਦੇ ਹਨ। ਜੇਕਰ ਹੁਣ ਅਸੀਂ ਇਹ ਜਾਣਨਾ ਹੋਵੇ ਕਿ ਇਹਦਾ ਓਰੀਜਨ ਕੀ ਹੈ, ਤਾਂ ਜਿਹੜਾ ਆਮ ਤੌਰ 'ਤੇ ਜਦੋਂ ਅਸੀਂ ਗ੍ਰਾਫ ਦੇਖਦੇ ਹਾਂ, ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ, ਕੋਈ ਵੀ ਗ੍ਰਾਫ ਹੈ ਉਸਦਾ ਓਰੀਜਨ 0 ਵੈਲਿਊ ਹੋਇਆ ਕਰਦਾ ਹੈ, ਅਤੇ ਉਹ ਹਮੇਸ਼ਾ ਹੀ ਜਿਹੜਾ ਹੈ ਸ਼ੁਰੂਆਤ ਬਿੰਦੂ ਹੁੰਦਾ ਹੈ, ਅਤੇ ਸਾਰਾ ਗ੍ਰਾਫ ਅਸੀਂ ਉਸਦੇ ਜਾਂ ਲੈਫਟ ਜਾਂ ਰਾਈਟ 'ਤੇ ਜਿਹੜਾ ਹੈ ਦਿਖਾਉਂਦੇ ਹਾਂ। ਪਰ ਜਦੋਂ ਅਸੀਂ ਨਾਰਮਲ ਪ੍ਰੋਬੇਬਿਲਿਟੀ ਕਰਵ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਓਰੀਜਨ ਪੁਆਇੰਟ ਹੈ ਉਹ ਮੀਨ ਵੈਲਿਊ ਹੁੰਦੀ ਹੈ, ਜੋ ਕਿ 0 ਦਿਖਾਈ ਜਾਂਦੀ ਹੈ, ਅਤੇ ਉਸ ਦਾ ਸੈਂਟਰਲ ਕਰਵੇਚਰ ਪੁਆਇੰਟ ਹੁੰਦਾ ਹੈ, ਅਤੇ ਉਸ ਤੋਂ ਲੈਫਟ ਤੱਕ ਜਿਹੜਾ ਹੈ -3 ਸਿਗਮਾ, ਅਤੇ ਰਾਈਟ 'ਤੇ ਜਿਹੜਾ ਹੈ +3 ਸਿਗਮਾ ਜਿਹੜਾ ਹੈ ਉਸ ਦੀ ਡੈਵੀਏਸ਼ਨ ਹੋਇਆ ਕਰਦੀ ਹੈ। ਨਾਰਮਲ ਪ੍ਰੋਬੇਬਿਲਿਟੀ ਕਰਵ ਜਿਹੜੀ ਹੈ, ਜੇਕਰ ਅਸੀਂ ਦੇਖੀਏ, ਇਸ ਦੀ ਸਕੀਊਨੈਸ ਜਿਹੜੀ ਹੈ ਉਹ 0 ਮੰਨੀ ਜਾਂਦੀ ਹੈ, ਕਿਉਂਕਿ ਸਕੀਊਨੈਸ ਜਿਹੜਾ ਹੈ ਇੱਕ ਅਜਿਹਾ ਕੰਸੈਪਟ ਹੈ ਜਿਹੜਾ ਇਹ ਦੱਸਦਾ ਹੈ ਕਿ ਕੋਈ ਡਿਸਟਰੀਬਿਊਸ਼ਨ ਉਦੋਂ ਸਕਿਊਡ ਹੁੰਦੀ ਹੈ ਜਦੋਂ ਉਸ ਦਾ ਪੁਆਇੰਟ ਆਫ ਸੈਂਟਰ ਆਫ ਗ੍ਰੈਵਿਟੀ ਭਾਵ ਓਰੀਜਨ ਜਿਹੜਾ ਹੈ ਉਹ ਜਿਹੜਾ ਹੈ ਡਿਸਟਰੀਬਿਊਸ਼ਨ 'ਤੇ ਇੱਕ ਸਾਈਡ 'ਤੇ ਭਾਵ ਜਾਂ ਸੈਂਟਰ ਤੋਂ ਲੈਫਟ ਜਾਂ ਸੈਂਟਰ ਤੋਂ ਰਾਈਟ 'ਤੇ ਜਿਹੜਾ ਹੈ ਐਗਜ਼ਿਸਟ ਕਰਦਾ ਹੈ। ਪਰ ਜਦੋਂ ਅਸੀਂ ਨਾਰਮਲ ਪ੍ਰੋਬੇਬਿਲਿਟੀ ਕਰਵ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਜਿਹੜੀ ਸਕਿਊਨੈਸ ਹੈ ਉਹ 0 ਹੁੰਦੀ ਹੈ, ਕਿਉਂਕਿ ਇਸ ਦੇ ਮੀਨ ਅਤੇ ਮੀਡੀਅਨ ਜਿਹੜੀ ਹੈ ਉਹ ਇੱਕੋ ਪੁਆਇੰਟ ਦੇ ਉੱਪਰ ਫਾਲ ਕਰਦੇ ਹਨ। ਪਰ ਸਕਿਊਡ ਡਿਸਟਰੀਬਿਊਸ਼ਨ ਦੇ ਵਿੱਚ ਮੀਨ ਅਤੇ ਮੀਡੀਅਨ ਜਿਹੜੇ ਹੈਗੇ ਆ ਉਹ ਡਿਫਰੈਂਟ ਪੁਆਇੰਟਸ ਦੇ ਉੱਪਰ ਫਾਲ ਕਰਦੇ ਹਨ, ਅਤੇ ਇਸ ਕਾਰਨ ਜਿਹੜਾ ਹੈ ਉਹਨਾਂ ਦਾ ਕਰਵ ਦਾ ਬੈਲੈਂਸ ਹੈ ਉਹ ਜਾਂ ਲੈਫਟ ਜਾਂ ਰਾਈਟ ਵੱਲ ਨੂੰ ਸ਼ਿਫਟ ਹੋ ਜਾਂਦਾ ਹੈ, ਅਤੇ ਇਸੇ ਆਧਾਰ ਦੇ ਉੱਪਰ ਜਿਹੜਾ ਹੈ ਦੋ ਤਰ੍ਹਾਂ ਦੀ ਸਕਿਊਨੈਸ ਜਿਹੜੀ ਹੈ ਉਹ ਪਾਈ ਜਾਂਦੀ ਹੈ, ਜਿਸ ਨੂੰ ਅਸੀਂ ਨੈਗੇਟਿਵ ਸਕਿਊਨੈਸ ਜਾਂ ਪੋਜ਼ੀਟਿਵ ਸਕਿਊਨੈਸ ਆਖਦੇ ਹਾਂ। ਇਸ ਕੈਲਕੂਲੇਟ ਕਰਨ ਦਾ ਫਾਰਮੂਲਾ ਜਿਹੜਾ ਹੁੰਦਾ ਹੈ ਉਹ 3 ਮੀਨ ਮੈਨਸ ਮੀਡੀਅਨ ਓਵਰ ਸਟੈਂਡਰਡ ਡੈਵੀਏਸ਼ਨ ਹੋਇਆ ਕਰਦਾ ਹੈ। ਜੇਕਰ ਮੀਨ ਅਤੇ ਮੀਡੀਅਨ ਦੀ ਵੈਲਿਊ ਕੌਂਸਟੈਂਟ ਹੋਏਗੀ ਤਾਂ ਜਿਹੜਾ ਹੈ ਸਕਿਊਨੈਸ ਦੀ ਵੈਲਿਊ ਆਪਣੇ ਆਪ ਹੀ 0 ਹੋ ਜਾਂਦੀ ਹੈ, ਜੋ ਕਿ ਨਾਰਮਲ ਪ੍ਰੋਬੇਬਿਲਿਟੀ ਕਰਵ ਨਾਲ ਵਾਪਰਦਾ ਹੈ। ਮੀਨ ਅਤੇ ਮੀਡੀਅਨ ਜਿਹੜਾ ਹੈ 0 ਹੋਣ ਕਾਰਨ ਜਿਹੜੀ ਹੈ ਇਸ ਦੀ ਸਕਿਊਨੈਸ ਜਿਹੜੀ ਹੈ 0 ਆਉਂਦੀ ਹੈ। ਪਰ ਜੇਕਰ ਅਸੀਂ ਦੇਖੀਏ ਕਿ ਕਿਤੇ ਇਸ ਕਰਵ ਦੇ ਵਿੱਚ ਅਸੀਂ ਨੈਗੇਟਿਵ ਸਕਿਊਨੈਸ ਸ਼ੋ ਕੀਤੀ ਹੈ, ਨੈਗੇਟਿਵ ਸਕਿਊਨੈਸ ਦੇ ਵਿੱਚ ਜਿਹੜਾ ਹੈ ਮੀਨ ਤੋਂ ਮੀਡੀਅਨ ਜਿਹੜਾ ਹੈ ਉਹ ਵੱਡੀ ਵੈਲਿਊ ਬਣ ਕੇ ਔਰ ਰਾਈਟ ਸਾਈਡ ਦੇ ਉੱਪਰ ਜਿਹੜਾ ਹੈ ਦਿਖਾਇਆ ਜਾਂਦਾ ਹੈ। ਜਦੋਂ ਮੀਡੀਅਨ ਦੀ ਵੈਲਿਊ ਮੀਨ ਨਾਲੋਂ ਵੱਡੀ ਹੋ ਜਾਂਦੀ ਹੈ ਤਾਂ ਕਰਵ ਜਿਹੜੀ ਹੈ ਉਹ ਲੈਫਟ ਸਾਈਡ ਤੋਂ ਜਿਹੜੀ ਹੈ ਜ਼ਿਆਦਾ ਟੇਢੀ ਹੋ ਜਾਂਦੀ ਹੈ, ਅਤੇ ਉਸ ਦਾ ਜਿਹੜਾ ਟੇਢਾਪਣ ਹੈ ਉਹ ਕਰਵ ਦੇ ਬੈਲੈਂਸ ਨੂੰ ਜਿਹੜਾ ਹੈ ਰਾਈਟ ਸਾਈਡ ਵੱਲ ਲੈ ਜਾਂਦਾ ਹੈ। ਇਸੇ ਕਾਰਨ ਅਸੀਂ ਇਸ ਨੂੰ ਨੈਗੇਟਿਵ ਸਾਈਡ ਤੋਂ ਟੇਢੀ ਹੋਈ ਕਰਵ ਆਖਦੇ ਹਾਂ, ਜਾਂ ਨੈਗੇਟਿਵਲੀ ਸਕਿਊਡ ਕਰਵ ਆਖਦੇ ਹਾਂ। ਜਦੋਂ ਅਸੀਂ ਦੂਸਰੀ ਕਰਵ ਨੂੰ ਦੇਖਦੇ ਹਾਂ, ਜਿਸ ਨੂੰ ਅਸੀਂ ਪੋਜ਼ੀਟਿਵ ਸਕਿਊਡ ਕਰਵ ਆਖਦੇ ਹਾਂ, ਇਹ ਅਜਿਹੀਆਂ ਕਰਵ ਨਾਲ ਵਾਪਰਦਾ ਹੈ ਜਿਹਦੇ ਵਿੱਚ ਮੀਨ ਦੀ ਵੈਲਿਊ ਮੀਡੀਅਨ ਨਾਲੋਂ ਵੱਡੀ ਹੋਇਆ ਕਰਦੀ ਹੈ, ਭਾਵ ਮੀਡੀਅਨ ਜਿਹੜਾ ਹੈ ਉਹ ਮੀਨ ਦੇ ਲੈਫਟ ਸਾਈਡ 'ਤੇ ਹੋਇਆ ਕਰਦਾ ਹੈ, ਅਤੇ ਇਹ ਵਿੱਚ ਜਿਹੜਾ ਹੈ ਕਰਵ ਹੈ ਉਹ ਰਾਈਟ ਸਾਈਡ ਤੋਂ ਜ਼ਿਆਦਾ ਟੇਢੀ ਝੁਕ ਜਾਂਦੀ ਹੈ, ਕੇਂਦਰ ਵੱਲ ਨੂੰ ਝੁਕ ਜਾਂਦੀ ਹੈ ਜਾਂ ਟੇਢੀ ਹੋ ਜਾਂਦੀ ਹੈ, ਅਤੇ ਜਿਸ ਕਾਰਨ ਉਹਦਾ ਬੈਲੈਂਸ ਹੈ ਉਹ ਲੈਫਟ ਸਾਈਡ ਨੂੰ ਸ਼ਿਫਟ ਹੋ ਜਾਂਦਾ ਹੈ, ਅਤੇ ਕਿਉਂਕਿ ਇਹ ਰਾਈਟ ਸਾਈਡ ਤੋਂ ਝੁਕਦੀ ਹੈ ਇਸ ਕਾਰਨ ਅਸੀਂ ਇਸ ਨੂੰ ਰਾਈਟ ਜਿਹੜਾ ਪੋਜ਼ੀਟਿਵ ਸਕਿਊਡ ਕਰਵ ਆਖਦੇ ਹਾਂ। ਹੁਣ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਰਟੋਸਿਸ ਜਿਹੜਾ ਹੈ NPC ਦਾ ਉਹ ਕੀ ਹੋਇਆ ਕਰਦਾ ਹੈ। NPC ਦਾ ਕਰਟੋਸਿਸ ਹੋਇਆ ਕਰਦਾ ਹੈ। ਕਰਟੋਸਿਸ ਇੱਕ ਅਜਿਹੀ ਟਰਮ ਹੈ ਜਿਹੜੀ ਕਿ ਕਿਸੇ ਕਰਵ ਦੀ ਜਿਹੜੀ ਉਚਾਈ ਹੈ ਉਸ ਵਿੱਚ ਆਉਣ ਵਾਲੇ ਜਿਹੜੇ ਅੰਤਰਾਂ ਨੂੰ ਦਰਸਾਉਂਦੀ ਹੈ, ਭਾਵ ਕਿ ਉਹ ਕਿੰਨੀ ਪੀਕ ਉੱਚੀ ਹੁੰਦੀ ਹੈ ਜਾਂ ਕਿੰਨੀ ਫਲੈਟਨ ਹੁੰਦੀ ਹੈ ਨਾਰਮਲ ਟੈਂਡੈਂਸੀ ਨਾਲੋਂ, ਉਹ ਉਸ ਦੀ ਕਰਟੋਸਿਸ ਦੀ ਵੈਲਿਊ ਹੋਇਆ ਕਰਦਾ ਹੈ।
ਜਿਹੜੀ ਹੈ ਨੋਰਮਲ ਪ੍ਰੋਬੇਬਿਲਿਟੀ ਕਰਵ, ਇਸ ਦੇ 3 ਤਰ੍ਹਾਂ ਦੇ ਕਟੌਸਿਸ ਹੋਇਆ ਕਰਦੇ ਹਨ। ਪਹਿਲੇ ਕਟੌਸਿਸ ਜਿਹੜਾ ਕਿ ਜਿਸ ਨੂੰ ਅਸੀਂ ਪੋਜ਼ੀਟਿਵ ਕਟੌਸਿਸ ਆਖਦੇ ਹਾਂ, ਦੂਸਰਾ ਕਟੌਸਿਸ ਜਿਸ ਨੂੰ ਅਸੀਂ ਨੋਰਮਲ ਕਟੌਸਿਸ ਆਖਦੇ ਹਾਂ, ਤੀਸਰਾ ਕਟੌਸਿਸ ਜਿਸ ਨੂੰ ਅਸੀਂ ਨੈਗੇਟਿਵ ਕਟੌਸਿਸ ਆਖਦੇ ਹਾਂ। ਪੋਜ਼ੀਟਿਵ ਕਟੌਸਿਸ ਨੂੰ ਜਿਹੜਾ ਹੈ ਟੈਕਨੀਕਲ ਜਿਹੜੀ ਹੈ ਲੈਂਗੁਏਜ ਵਿੱਚ ਲੈਪਟੋਕਟਿਕ ਜਿਹੜਾ ਹੈ ਕਰਵਜ਼ ਮੰਨਿਆ ਜਾਂਦਾ ਹੈ। ਇਹ ਅਜਿਹੀਆਂ ਕਰਵਜ਼ ਹੁੰਦੀਆਂ ਨੇ ਜਿਹੜੀਆਂ ਨੋਰਮਲ ਨਾਲੋਂ ਜ਼ਿਆਦਾ ਪੀਕਡ ਹੋਇਆ ਕਰਦੀਆਂ ਨੇ, ਭਾਵ ਉਹਨਾਂ ਦੀ ਉਚਾਈ ਜਾਂ ਉਹਨਾਂ ਦਾ ਤਿੱਖਾਪਣ ਜਿਹੜਾ ਹੈ ਉਹ ਨੋਰਮਲ ਕਰਵ ਨਾਲੋਂ ਜ਼ਿਆਦਾ ਹੋਇਆ ਕਰਦਾ ਹੈ। ਜਿਵੇਂ ਕਿ ਇੱਥੇ ਰੈੱਡ ਜਿਹੜਾ ਹੈ ਜਾਂ ਪੋਜ਼ੀਟਿਵ ਕਟੌਸਿਸ ਜਿਹੜਾ ਹੈ, ਇਸ ਨੂੰ ਅਸੀਂ ਰੈੱਡ ਏਰੀਆ ਵਿੱਚ ਜਿਹੜਾ ਹੈ ਲਿਪਟੋਕਟਿਕ ਲਿਖ ਕੇ ਦਿਖਾਇਆ ਹੈ। ਜੇਕਰ ਅਸੀਂ ਨੋਰਮਲ ਡਿਸਟਰੀਬਿਊਸ਼ਨ ਜਾਂ ਬੈਲ ਸ਼ੇਪਡ ਕਰਵ ਦੇਖਦੇ ਹਾਂ, ਜਿਹੜੀ ਕਿ ਇੱਕ ਨੋਰਮਲ ਹਾਈਟ ਰੱਖਦੀ ਹੈ, ਉਸ ਨੂੰ ਅਸੀਂ ਮੀਜ਼ੋਕਟਿਕ ਆਖਦੇ ਹਾਂ ਜਾਂ ਨੋਰਮਲ ਡਿਸਟਰੀਬਿਊਸ਼ਨ ਆਖਦੇ ਹਾਂ। ਜਦੋਂ ਕਿਸੇ ਕਰਵ ਦੀ ਜਿਹੜੀ ਹੈ ਹਾਈਟ ਉਹ ਘੱਟ ਜਾਂਦੀ ਹੈ ਜਾਂ ਉਹ ਜਿਹੜੀ ਹੈ ਫਲੈਟ ਹੋ ਜਾਂਦੀ ਹੈ, ਤਾਂ ਉਹਦਾ ਟੇਢਾਪਣ ਖਤਮ ਹੋ ਜਾਂਦਾ ਹੈ, ਤਾਂ ਅਸੀਂ ਉਸ ਨੂੰ ਪਲੈਟੀਕਟਿਕ ਕਰਵਜ਼ ਆਖਦੇ ਹਾਂ। ਜੇਕਰ ਅਸੀਂ ਕਿਸੇ ਨੋਰਮਲ ਪ੍ਰੋਬੇਬਿਲਿਟੀ ਕਰਵ ਦੀ ਜਿਹੜੀ ਕਟੌਸਿਸ ਦੀ ਵੈਲਿਊ ਦੇਖਣੀ ਹੋਵੇ ਤਾਂ ਉਹ 0.2637 ਹੋਇਆ ਕਰਦੀ ਹੈ, ਜਿਸ ਦਾ ਕਿ ਨਿਊਮੈਰੀਕਲ ਵੈਲਿਊ ਜਿਹੜੀ ਹੈ ਉਹ ਉਸ ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਜਿਹੜਾ ਹੈ ਉਹ ਹੈ ਪ੍ਰੋਬੇਬਲ ਐਰਰ, ਜਿਸ ਦੀ ਵੈਲਿਊ ਕਾਂਸਟੈਂਟ ਹੋਇਆ ਕਰਦੀ ਹੈ 0.6745, ਔਰ ਪਾਰਟੀਸ਼ਨ ਵੈਲਿਊ 90 ਔਰ ਪਾਰਟੀਸ਼ਨ ਵੈਲਿਊ 10 ਦੀ ਵੈਲਿਊ ਜੋ ਕਿ ਕਾਂਸਟੈਂਟ ਹੈ, ਅਸੀਂ ਜੇ ਉਹਨਾਂ ਨੂੰ ਕੈਲਕੂਲੇਟ ਕਰਦੇ ਹਾਂ ਤਾਂ ਸਾਡੇ ਕੋਲ ਜਿਹੜਾ ਕਟੌਸਿਸ ਦੀ ਵੈਲਿਊ ਆ ਜਾਂਦੀ ਹੈ। ਜਿਹੜਾ ਮੀਜ਼ੋਕਟਿਕ ਹੈ ਉਸ ਦੀ ਕਟੌਸਿਸ ਵੈਲਿਊ ਜਿਹੜੀ ਹੈ ਉਹ 0.2637 ਹੋਇਆ ਕਰਦੀ ਹੈ। ਜੇਕਰ ਕਿਸੇ ਦੀ ਜਿਹੜੀ ਹੈ ਕਟੌਸਿਸ ਵੈਲਿਊ ਇਸ ਤੋਂ ਵੱਡੀ ਹੋ ਜਾਂਦੀ ਹੈ, ਉਸ ਨੂੰ ਅਸੀਂ ਪਲੈਟੀਕਟਿਕ ਆਖਦੇ ਹਾਂ। ਜਿਸ ਦੀ ਵੈਲਿਊ ਇਸ ਤੋਂ ਘੱਟ ਜਾਂਦੀ ਹੈ, ਉਸ ਨੂੰ ਅਸੀਂ ਲੈਪਟੋਕਟਿਕ ਆਖਦੇ ਹਾਂ। ਦੇ ਕੁਛ ਜਿਹੜੇ ਕਾਂਸਟੈਂਟਸ ਨੇ, ਜਿਨ੍ਹਾਂ ਵਿੱਚ ਪਹਿਲਾ ਜਿਹੜਾ ਹੈ ਉਹ ਉਸ ਨੂੰ ਅਸੀਂ ਪ੍ਰੋਬੇਬਲ ਐਰਰ ਆਖਦੇ ਹਾਂ ਜਾਂ ਕਿਊ ਦੀ ਵੈਲਿਊ ਆਖਦੇ ਹਾਂ, ਅਤੇ ਜਾਂ ਜਿਹੜਾ ਸਿਗਮਾ ਹੈ ਉਹਨਾਂ ਵਿਚਲਾ ਰਿਲੇਸ਼ਨ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਪ੍ਰੋਬੇਬਲ ਐਰਰ ਜਿਹੜਾ ਹੈ ਉਸ ਦੀ ਵੈਲਿਊ ਕੈਲਕੂਲੇਟ ਕਰਨੀ ਹੋਵੇ ਤਾਂ ਅਸੀਂ ਜਿਹੜਾ ਸਿਗਮਾ ਹੈ ਉਸ ਨੂੰ ਇੱਕ ਕਾਂਸਟੈਂਟ ਵੈਲਿਊ ਜਿਹੜੀ ਕਿ 0.6745 ਹੈ ਉਸ ਨਾਲ ਮਲਟੀਪਲਾਈ ਕਰਕੇ ਉਸ ਦੀ ਵੈਲਿਊ ਕੈਲਕੂਲੇਟ ਕਰ ਸਕਦੇ ਹਾਂ। ਜੇਕਰ ਅਸੀਂ ਸਾਡੇ ਕੋਲ ਸਿਗਮਾ ਵੈਲਿਊ ਕੈਲਕੂਲੇਟ ਕਰਨੀ ਹੋਵੇ ਤਾਂ ਅਸੀਂ ਜਿਹੜੀ ਹੈ ਪ੍ਰੋਬੇਬਲ ਐਰਰ ਹੈ ਉਸ ਨੂੰ ਇੱਕ ਕਾਂਸਟੈਂਟ ਵੈਲਿਊ ਜਿਹੜੀ ਹੈ 1.4826 ਹੈ ਉਸ ਨਾਲ ਜਿਹੜਾ ਹੈ ਮਲਟੀਪਲਾਈ ਕਰਕੇ ਜਿਹੜਾ ਹੈ ਉਹ ਵੈਲਿਊ ਵੀ ਕੈਲਕੂਲੇਟ ਕਰ ਸਕਦੇ ਹਾਂ। Friends, this is all about the concept and characteristics of a normal probability curve. Coming video we will discuss about the application of normal probability curve. So don't forget like, share and subscribe the channel for the upcoming updates.